22 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਦਾ ਇਹ ਜਿਹੜਾ ਹਫਤਾ ਹੈ, ਇਹ ਸਿੱਖ ਕੌਮ ਲਈ ਇੱਕ ਬਹੁਤ ਹੀ ਦੁੱਖ ਭਰਿਆ ਅਤੇ ਟ੍ਰੈਜਡੀ ਨਾਲ ਨਜਿੱਠਣ ਵਾਲਾ ਲਗਾਤਾਰ ਅਸੀਂ ਹਰ ਸਾਲ ਇਸ ਨੂੰ ਚੇਤੇ ਕਰਦੇ ਹਾਂ। ਅੱਜ ਹਰਿੰਦਰ ਸਿੰਘ ਜੀ ਜਿਹੜੇ ਕਿ ਰਿਸਰਚ ਇੰਸਟੀਚਿਊਟ ਦੇ ਸੀਨੀਅਰ ਫੈਲੋ ਹਨ, ਉਹ ਸਾਡੇ ਨਾਲ ਗੱਲਬਾਤ ਕਰਨਗੇ। ਇਸ ਨੂੰ ਵੱਖ-ਵੱਖ ਐਂਗਲਸ ਤੋਂ ਵੇਖਿਆ ਜਾਏਗਾ। ਇਹ ਜਿਹੜੀਆਂ ਸ਼ਹੀਦੀਆਂ ਨੇ, ਖਾਸ ਤੌਰ 'ਤੇ ਦਸੰਬਰ ਦੇ ਮਹੀਨੇ ਚਾਰੇ ਸਾਹਿਬਜ਼ਾਦਿਆਂ ਦੀਆਂ, ਬੇਸ਼ੱਕ ਇੱਕ ਚਮਕੌਰ ਦੀ ਗੜੀ 'ਚ ਅਤੇ ਦੂਸਰੀ ਸਰਹੰਦ ਦੀ ਦੀਵਾਰ 'ਚ। ਜਿਵੇਂ ਮੈਨੂੰ ਛੋਟੇ ਹੁੰਦੇ ਦਾ ਯਾਦ ਆ ਕਿ ਇਹ ਆਮ ਹੀ ਸੀਗਾ ਕਿ ਇਹਨਾਂ ਦਿਨਾਂ ਵਿੱਚ ਕੋਈ ਜਸ਼ਨ ਹੀ ਨਹੀਂ ਅਸੀਂ ਮਨਾਉਂਦੇ ਸੀ, ਕਿਉਂਕਿ ਸਾਡੇ ਲਈ ਜਸ਼ਨ ਦਾ ਟਾਈਮ ਨਹੀਂ ਆ। ਇਹ ਆਮ ਹੀ ਸੀ, ਲੋਕੀ ਧਰਤੀ ਤੇ ਹੀ ਪੈ ਜਾਂਦੇ ਸੀ, ਥੱਲੇ ਪੈਂਦੇ ਸੀ। ਬਿਲਕੁਲ, ਕਿ ਜਿਹੜੇ ਇਸ ਕਿਸਮ ਦੇ ਹਾਲਾਤ ਨੂੰ ਤਾਜ਼ਾ ਰੱਖਣ ਲਈ ਆਪਣੀ ਸਾਈਕੀ ਦੇ ਵਿੱਚ। ਔਰ ਚਮਕੌਰ ਦੀ ਗੜੀ 'ਚੋਂ ਉਹ ਜਾਣਾ ਨਹੀਂ ਸਨ ਚਾਹੁੰਦੇ, ਲੇਕਿਨ ਜਦੋਂ ਉਹਨਾਂ ਨੂੰ ਪੰਜਾਂ ਪਿਆਰਿਆਂ ਦਾ ਹੁਕਮ ਹੋਇਆ, ਡੈਮੋਕ੍ਰੇਸੀ ਦੀ ਦੇਖੋ ਇਹ ਜਿਹੜੀ ਸਿਰੇ ਝੋਟੀ ਦਾ ਸਿਸਟਮ ਸੀ, ਸ਼ਾਇਦ ਸਮੇਂ ਤੋਂ ਅਗਾਊਂ ਸੀ, ਉਹ ਪਹਿਲਾਂ ਸਮੇਂ ਤੋਂ ਸੀ, ਲੇਕਿਨ ਉਸ ਵੇਲੇ ਉਹਨਾਂ ਨੇ ਸਥਾਪਿਤ ਕਰ ਦਿੱਤਾ ਅਤੇ ਉਹਨਾਂ ਦਾ ਹੁਕਮ ਉਹਨਾਂ ਨੇ ਮੰਨਿਆ। ਅਤੇ ਉਸ ਤੋਂ ਬਾਅਦ ਚਮਕੌਰ ਦੀ ਗੜੀ 'ਚੋਂ ਉਹ ਮਾਛੀਵਾੜੇ ਨੂੰ ਤੁਰਦੇ ਨੇ। ਮੈਂ ਇਸ ਵਾਲੇ ਦਿਨਾਂ ਦੇ ਵਿੱਚ ਰਾਤ ਨੂੰ ਕੁਝ ਕੁ ਆਪਣੇ ਸਾਥੀਆਂ ਨੂੰ ਲੈ ਕੇ ਜਾਣਾ, ਜਿੱਥੇ ਅੱਜ ਠੰਡਾ ਬੁਰਜ ਹੈਗਾ, ਤੇ ਉੱਥੇ ਮੈਂ ਕਹਿਣਾ ਹੁਣ ਆਪਣੀਆਂ ਜੈਕਟਾਂ ਲਾਹੋ ਜਿਹੜੀਆਂ ਅਸੀਂ ਅਮਰੀਕਾ ਤੋਂ ਆਪਣੀਆਂ ਲੈ ਆਏ ਵਧੀਆ ਜੀਆਂ, ਤੇ ਇੱਥੇ ਜਰਾ ਖੜੋ ਥੋੜਾ ਚਿਰ, ਤੇ ਇੱਥੇ ਤੁਹਾਨੂੰ ਪਤਾ ਲੱਗੇ ਕਿ ਕੋਲਡੈਸਟ ਮੰਥ ਦੀ ਕੋਲਡੈਸਟ ਨਾਈਟ ਕਿੱਦਾਂ ਦੀ ਹੁੰਦੀ ਆ। ਇਸ ਬਾਰੇ ਵੀ ਸਾਨੂੰ ਦੱਸੋ ਜ਼ਰਾ, ਜਿਹੜਾ ਸਰਹੰਦ ਦੀ ਉਸ ਵੇਲੇ ਦੀ ਐਡਮਿਨਿਸਟ੍ਰੇਸ਼ਨ ਅਤੇ ਬੱਚਿਆਂ ਦੀਆਂ ਜਿਹੜੀਆਂ ਵੈਲਿਊਜ਼ ਨੇ। The Harjinder Singh Show। ਅੱਜ ਦੀ ਜਿਹੜੀ ਗੱਲਬਾਤ ਹੈ ਉਹ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਹੋਏਗੀ। ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪੈਣ ਤੋਂ ਲੈ ਕੇ 22 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਦਾ ਇਹ ਜਿਹੜਾ ਹਫਤਾ ਹੈ, ਇਹ ਸਿੱਖ ਕੌਮ ਲਈ ਇੱਕ ਬਹੁਤ ਹੀ ਦੁੱਖ ਭਰਿਆ ਅਤੇ ਟ੍ਰੈਜਡੀ ਨਾਲ ਨਜਿੱਠਣ ਵਾਲਾ ਲਗਾਤਾਰ ਅਸੀਂ ਹਰ ਸਾਲ ਇਸ ਨੂੰ ਚੇਤੇ ਕਰਦੇ ਹਾਂ। ਅਤੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਸੀ, ਜਿਹੜੀ ਇਹ ਲਾਸਾਨੀ ਕੁਰਬਾਨੀ ਸੀ, ਇਸ ਦਾ ਕਿਤੇ ਹੋਰ ਇਹਦਾ ਕਿਤੇ ਮਿਸਾਲ ਨਹੀਂ ਮਿਲਦੀ। ਅੱਜ ਹਰਿੰਦਰ ਸਿੰਘ ਜੀ ਜਿਹੜੇ ਕਿ ਰਿਸਰਚ ਇੰਸਟੀਚਿਊਟ ਦੇ ਸੀਨੀਅਰ ਫੈਲੋ ਹਨ, ਉਹ ਸਾਡੇ ਨਾਲ ਗੱਲਬਾਤ ਕਰਨਗੇ। ਇਸ ਨੂੰ ਵੱਖ-ਵੱਖ ਐਂਗਲਸ ਤੋਂ ਵੇਖਿਆ ਜਾਏਗਾ। ਇਹ ਜਿਹੜੀਆਂ ਸ਼ਹੀਦੀਆਂ ਨੇ, ਖਾਸ ਤੌਰ 'ਤੇ ਦਸੰਬਰ ਦੇ ਮਹੀਨੇ ਚਾਰੇ ਸਾਹਿਬਜ਼ਾਦਿਆਂ ਦੀਆਂ, ਬੇਸ਼ੱਕ ਇੱਕ ਚਮਕੌਰ ਦੀ ਗੜੀ 'ਚ ਅਤੇ ਦੂਸਰੀ ਸਰਹੰਦ ਦੀ ਦੀਵਾਰ 'ਚ। ਔਰ ਇਹ ਦੋਨਾਂ ਚੀਜ਼ਾਂ ਨੂੰ ਉਹ ਕਿਵੇਂ ਵੇਖਦੇ ਨੇ, ਸਾਡੀ ਕੌਮ ਜਿਹੜੀ ਸੋਗ ਮਨਾਉਂਦੀ ਹੈ ਇਹਨਾਂ ਦਿਨਾਂ ਦੇ ਵਿੱਚ, ਉਹ ਕਿਵੇਂ ਮਹਿਸੂਸ ਕਰਦੀ ਹੈ। ਆਉਣ ਵਾਲੀ ਪੀੜ੍ਹੀ ਨੂੰ ਐਜੂਕੇਟ ਕਰਨ ਲਈ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਨੇ। ਹਰਿੰਦਰ ਸਿੰਘ ਹੋਰਾਂ ਨੇ ਅਤੇ ਇਹਨਾਂ ਦੇ ਸਾਥੀਆਂ ਨੇ ਬਹੁਤ ਸਾਰੀਆਂ ਸਿੱਖ ਇਤਿਹਾਸ ਦੀਆਂ ਇਹੋ ਜਿਹੀਆਂ ਗਾਥਾਵਾਂ, ਇਹੋ ਜਿਹੀਆਂ ਗੱਲਾਂ ਨੇ, ਇਹੋ ਜਿਹੇ ਫੈਕਟਸ ਨੇ, ਇਹੋ ਜਿਹੀ ਹਿਸਟਰੀ ਹੈ ਜਿਸ ਨੂੰ ਕੁਰਬਾਨੀਆਂ ਨੂੰ ਡਿਜੀਟਾਈਜ਼ ਵੀ ਕੀਤਾ ਹੈ। ਸੋ ਅੱਜ ਦੀ ਗੱਲਬਾਤ ਜਿਹੜੀ ਆ ਇਸ 'ਤੇ ਇਹਨਾਂ ਸ਼ਹੀਦੀਆਂ ਦੁਆਲੇ, ਇੰਨੀ ਸ਼ਹਾਦਤ ਦੁਆਲੇ ਘੁੰਮਦੀ ਰਹੇਗੀ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਹਫਤੇ ਜਿਹੜੀ 22 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਦਾ ਹਫਤਾ ਹੈ ਜੀ, ਇਹ ਬੜਾ ਉਦਾਸ ਕਰਨ ਵਾਲਾ ਅਤੇ ਇਸ ਸਿੱਖ ਭਾਈਚਾਰੇ ਇਹਨੂੰ ਜਿਹੜੀ ਵੱਖ-ਵੱਖ ਤਰੀਕੇ ਨਾਲ ਕੁਰਬਾਨੀ ਨੂੰ ਦੇਖਿਆ ਜਾਂਦਾ ਹੈ ਅਤੇ ਅਸੀਂ ਇਹ ਸੋਗ ਵੀ ਮਨਾਉਂਦੇ ਹਾਂ ਔਰ ਉਸ ਸਮੇਂ ਦੇ ਜ਼ੁਲਮ ਦੀ ਇੰਤਹਾ ਦੀ ਗੱਲ ਵੀ ਕਰਦੇ ਹਾਂ। ਇਸ ਨੂੰ ਅੱਜ ਦੇ ਸਮੇਂ ਦੇ ਵਿੱਚ ਅਸੀਂ ਜਦੋਂ ਜੋੜ ਕੇ ਵੇਖਦੇ ਹਾਂ ਤਾਂ ਉਹ ਵੀ ਨਜ਼ਰੀਆ ਮੈਂ ਤੁਹਾਡਾ ਜਾਣਨਾ ਚਾਹਾਂਗਾ। ਅੱਜ ਇਹਨਾਂ ਕੁਰਬਾਨੀਆਂ ਦੇ ਪਿਛੋਕੜ ਬਾਰੇ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਜ਼ਰੂਰ ਦੱਸੋ। ਜ਼ਰੂਰ ਜੀ। ਦੇਖੋ, ਪਹਿਲੀ ਗੱਲ ਤਾਂ ਇਹ ਹੈਗੀ ਕਿ ਜਦ ਅਸੀਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ, ਸਾਨੂੰ ਜਿਹੜਾ ਪੋਪੂਲਰ ਨਜ਼ਰੀਆ ਜਿਹੜਾ ਅੱਜ ਦਾ ਪ੍ਰਚਲਿਤ ਆ, ਉਹਦੇ ਤੋਂ ਸਾਨੂੰ ਸਾਰੀ ਗੱਲ ਸਮਝ ਆ ਨਹੀਂ ਸਕਦੀ। ਕਿਤੇ ਨਾ ਕਿਤੇ ਸਾਡੀ ਸਾਈਕੀ ਵਿੱਚ ਤਾਂ ਇਹ ਗੱਲਾਂ ਬੈਠੀਆਂ ਨੇ, ਇਕੱਲੇ ਸਿੱਖਾਂ ਦੀਆਂ ਨਹੀਂ, ਜਿਹੜੇ ਉਸ ਵੇਲੇ ਦੇ ਹਿੰਦੂ ਤੇ ਉਸ ਵੇਲੇ ਦੇ ਮੁਸਲਮਾਨਾਂ ਦਾ ਇਨਵੋਲਵਮੈਂਟ ਰਿਹਾ ਕਿਸੇ ਵੀ ਪੱਖੋਂ, ਉਹ ਸਾਰੇ ਪੰਜਾਬ ਦੀ ਸਾਈਕੀ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਜੋ ਚਮਕੌਰ ਸਾਹਿਬ ਦੇ ਤੇ ਫਤਿਹਗੜ੍ਹ ਸਾਹਿਬ ਜਾਂ ਸਰਹੰਦ ਦੇ ਸਾਕੇ ਨੇ। ਸੋ ਜੇ ਅਸੀਂ ਉਹਨਾਂ ਨੂੰ ਮਹਿਸੂਸ ਕਰਨਾ, ਐਨਾਲਿਸਿਸ ਨਹੀਂ ਕਰਨਾ, ਐਨਾਲਿਸਿਸ ਇੱਕ ਐਕੈਡੈਮਿਕ ਡਿਬੇਟ ਆ, ਉਹ ਵੀ ਕੀਤੀ ਜਾ ਸਕਦੀ ਆ, ਬਟ ਉਹਦਾ ਇੱਕ ਆਪਣਾ ਦਾਇਰਾ। ਬਟ ਜੇ ਉਹਨੂੰ ਮਹਿਸੂਸ ਕਰਨਾ, ਜਿਹੜੇ ਪੰਜਾਬ ਦੇ ਲੋਕ ਕਰਦੇ ਸੀਗੇ, ਜਿਵੇਂ ਮੈਨੂੰ ਛੋਟੇ ਹੁੰਦੇ ਦਾ ਯਾਦ ਆ ਕਿ ਇਹ ਆਮ ਹੀ ਸੀਗਾ ਕਿ ਇਹਨਾਂ ਦਿਨਾਂ ਵਿੱਚ ਕੋਈ ਜਸ਼ਨ ਹੀ ਨਹੀਂ ਅਸੀਂ ਮਨਾਉਂਦੇ ਸੀ, ਕਿਉਂਕਿ ਸਾਡੇ ਲਈ ਜਸ਼ਨ ਦਾ ਟਾਈਮ ਨਹੀਂ ਆ। ਇਹ ਆਮ ਹੀ ਸੀ, ਲੋਕੀ ਧਰਤੀ ਤੇ ਹੀ ਪੈ ਜਾਂਦੇ ਸੀ,
ਥੱਲੇ ਪੈਂਦੇ ਸੀ ਬਿਲਕੁਲ। ਕਿ ਜਿਹੜੇ ਇਸ ਕਿਸਮ ਦੇ ਹਾਲਾਤ ਨੂੰ ਤਾਜ਼ਾ ਰੱਖਣ ਲਈ ਆਪਣੀ ਸਾਈਕੀ ਦੇ ਵਿੱਚ, ਕਿਉਂਕਿ ਇਹ ਸਿਰਫ ਲਾਸਾਨੀ ਕੁਰਬਾਨੀਆਂ ਨਹੀਂ ਹਨ, ਇਹਦੇ ਪਿੱਛੇ ਬੜਾ ਕੁਝ ਹੋਰ ਵੀ ਆ। ਸੋ ਜਿਹੜਾ ਮਹਿਸੂਸ ਕਰਦਾ ਸੀ ਇੱਕ ਪੰਜਾਬੀ, ਉਹਦੇ ਵਿੱਚ ਸਿੱਖ ਇਤਿਹਾਸ ਤੇ ਸਿੱਖਾਂ ਦਾ ਰੋਲ ਤਾਂ ਹੈ ਹੀ ਆ, ਬੜੇ ਜਿਹੜੇ ਮੁਸਲਮਾਨ ਨੇ ਤੇ ਜਿਹੜੇ ਹਿੰਦੂ ਨੇ ਉਹ ਵੀ ਇਸ ਚੀਜ਼ ਦਾ ਅਹਿਸਾਸ ਰੱਖਦੇ ਸੀ। ਉਹ ਅਹਿਸਾਸ ਨੂੰ ਤਾਜ਼ਾ ਰੱਖਣਾ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ। ਫਿਰ ਉਹਦਾ ਜਿਹੜਾ ਨਜ਼ਰੀਆ ਉਹ ਗੁਰਬਾਣੀ ਵਿੱਚੋਂ, ਉਹ ਜਿਹੜੀਆਂ ਸਪਿਰਿਟ ਦੇ ਲੈਵਲ ਤੇ ਜਿਨ੍ਹਾਂ ਨੇ ਕੈਪਚਰ ਕੀਤਾ ਇਹ ਕੁਰਬਾਨੀਆਂ ਨੂੰ, ਉਹਨਾਂ ਦੇ ਨਜ਼ਰੀਏ ਤੋਂ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਜਿਹੜੇ ਮੇਰੇ ਵਰਗੇ ਅੱਜ ਕੱਲ ਕੁਝ ਲਿਖ ਰਹੇ ਨੇ, ਬਣਾ ਰਹੇ ਨੇ, ਤੇ ਜਿਹੜੀ ਇਹ ਬਹਿਸਾਂ ਵਿੱਚ ਫਸੇ ਹੋਏ ਨੇ, ਉਹਦੇ ਵਿੱਚੋਂ ਸਾਡਾ ਨਜ਼ਰੀਆ ਨਹੀਂ ਮਿਲੂਗਾ। ਸੋ ਜਿਨ੍ਹਾਂ ਨੇ ਉਸ ਚੀਜ਼ ਨੂੰ ਬਿਆਨ ਕੀਤਾ, ਉਹਨਾਂ ਦਾ ਨਜ਼ਰੀਆ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਹ ਸਾਡੀ ਜਿਹੜੀ ਐਕਸਪੀਰੀਅੰਸ ਆ, ਜਿਹੜਾ ਜੋ ਅਸੀਂ ਮਹਿਸੂਸ ਕਰਾਂਗੇ, ਸਾਡੇ ਫਿਰ ਜੋ ਅਸੀਂ ਬੱਚਿਆਂ ਨੂੰ ਦੱਸਦੇ ਹਾਂ, ਜੋ ਅਸੀਂ ਆਪਣੇ ਆਵਾਮ ਨੂੰ ਦੱਸ ਰਹੇ ਹਾਂ, ਭਾਵੇਂ ਉਹ ਹਿੰਦੁਸਤਾਨ ਤੋਂ ਬਾਹਰ ਬੈਠੇ ਹਾਂ, ਤੁਸੀਂ ਕੈਨੇਡਾ ਬੈਠੇ ਹੋ, ਮੈਂ ਅਮਰੀਕਾ ਬੈਠਾ, ਅਸੀਂ ਫਿਰ ਆਪਣੇ ਨੇਬਰਸ ਨਾਲ ਵੀ ਉਹ ਨਜ਼ਰੀਆ ਸ਼ੇਅਰ ਕਰ ਸਕਾਂਗੇ। ਅਦਰਵਾਈਜ਼ ਅਸੀਂ ਇਹਨੂੰ ਇੱਕ ਨੈਗੇਟਿਵ ਜਾਂ ਢਹਿੰਦੀ ਕਲਾ ਨਹੀਂ ਆ, ਇਹ ਤਾਂ ਐਕਚੁਅਲੀ ਬਹੁਤ ਪੋਜ਼ਿਟਿਵ ਚੀਜ਼ਾਂ ਨੇ। ਇਹ ਸਾਡੇ ਲਈ ਸੋਗ ਦੇ ਦਿਨ ਨਹੀਂ ਹੈਗੇ, ਇਹ ਤਾਂ ਸਾਡੇ ਲਈ ਇੱਕ ਜਿਹੜੀਆਂ ਫਾਊਂਡੇਸ਼ਨਲ ਜਿਹੜੀਆਂ ਨੀਹਾਂ ਸਿੰਜੀਆਂ ਜਾ ਰਹੀਆਂ ਨੇ, ਉਦਾਂ ਦੀਆਂ ਗੱਲਾਂ ਨੇ, ਕਿਉਂਕਿ ਇਹ ਗੱਲਾਂ ਸੰਸਾਰ ਦੇ ਇਤਿਹਾਸ ਵਿੱਚ ਨਹੀਂ ਕਦੇ ਆਈਆਂ, ਇਸ ਕਰਕੇ ਉਹ ਬੜੀ ਅਜੀਬ ਲੱਗਦੀਆਂ ਲੋਕਾਂ ਨੂੰ। ਬਟ ਸਿੱਖ ਨਜ਼ਰੀਏ ਤੋਂ ਅਜੀਬ ਨਹੀਂ ਹਨ, ਇਹ ਇਨਸਪੀਰੇਸ਼ਨ ਨੇ, ਇਹ ਰੋਲ ਮਾਡਲਿੰਗ ਨੇ। ਜ਼ੁਲਮ ਤਾਂ ਹੁੰਦੇ ਆਏ ਨੇ, ਪਹਿਲਾਂ ਤੋਂ ਜ਼ੁਲਮ ਬਹੁਤ ਹੁੰਦੇ ਆਏ ਨੇ, ਲੇਕਿਨ ਜਿਹੜੀ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਦਾ ਜ਼ੁਲਮ ਕਰਕੇ ਇੰਤਹਾ ਕਰ ਦੇਣੀ, ਜੋ ਕੁਝ ਸਰਹੰਦ ਦੇ ਵਿੱਚ ਹੋਇਆ, ਔਰ ਖ਼ਾਸ ਤੌਰ ਦੇ ਉੱਤੇ ਇੱਕ ਪਿਤਾ ਵੱਲੋਂ ਆਪਣੇ ਛੋਟੇ ਬੱਚਿਆਂ ਨੂੰ ਜੰਗ ਦੇ ਵਿੱਚ ਝੋਕ ਦੇਣਾ ਅਤੇ ਥਾਪੜਾ ਦੇ ਦੇਣਾ, ਇਸ ਕੁਰਬਾਨੀ ਦੀ ਮਿਸਾਲ ਹੋਰ ਕਿਤੇ ਮਿਲਦੀ ਨਹੀਂ। ਹੁਣ ਤੁਸੀਂ ਦੇਖ ਲਓ, ਤੁਸੀਂ ਯੂਨਾਈਟਿਡ ਸਟੇਟਸ 'ਚ ਰਹਿੰਦੇ ਹੋ, ਤੁਹਾਡੇ ਕਿੰਨੇ ਸੈਨੇਟਰ ਨੇ, ਅਮਰੀਕਾ ਨੇ ਕਿੰਨੀਆਂ ਲੜਾਈਆਂ ਲੜੀਆਂ ਨੇ, ਉਹਨਾਂ ਦਾ ਕੋਈ ਵੀ ਬੱਚਾ ਫੌਜ 'ਚ ਜਾ ਕੇ ਲੜਾਈ ਨਹੀਂ ਕਰਦਾ, ਫੌਜ 'ਚ ਭਰਤੀ ਨਹੀਂ ਉਹ ਕਰਾਉਂਦੇ। ਸੋ ਬਹੁਤ ਥੋੜ੍ਹੇ ਹੋਣੇ ਆ, ਬਲਾ ਤਾਂ ਮੇਰਾ ਖਿਆਲ ਹੈ ਨਹੀਂ, ਇੱਕ ਵਾਰੀ ਰਿਸਰਚ ਵੀ ਹੋਈ ਸੀ। ਸੋ ਇਸ ਤਰੀਕੇ ਨਾਲ ਜਿਹੜੀ ਗੁਰੂ ਸਾਹਿਬ ਨੇ ਇੱਕ ਪਿਤਾ ਦੇ ਤੌਰ 'ਤੇ ਸਰਬੰਸ ਜਿਹੜਾ ਸਾਰੇ ਦਾ ਸਾਰਾ ਵਾਰ ਦੇਣਾ, ਇਹ ਮੇਰਾ ਖਿਆਲ ਹੈ ਹੋਰ ਮਿਸਾਲ ਹੈ ਨਹੀਂ ਕਿਤੇ ਵੀ ਨਹੀਂ ਹੈ ਜੀ। ਬਿਲਕੁਲ ਠੀਕ ਹੈ ਗੱਲ, ਤੇ ਇਸ ਗੱਲ ਨੂੰ ਸਿੱਖ ਮਨਾਂ ਵਿੱਚ ਤਾਂ ਆਈ ਹੋਈ ਆ। ਬੱਜੇ ਦਾ ਸੀ ਇਹਨੂੰ, ਮੈਂ ਇੱਥੇ ਇੱਕ ਗੱਲ ਸ਼ੇਅਰ ਕਰਾਂਗਾ। ਮੈਨੂੰ ਜਿਹੜਾ ਇਹਦਾ ਨਜ਼ਰੀਆ ਹੈਗਾ, ਮੈਂ 20 ਸਾਲ ਪਹਿਲਾਂ ਤਕਰੀਬਨ ਇੱਕ ਕਿਤਾਬ ਪੜ੍ਹੀ, ਜਿਹਦੇ ਵਿੱਚ 2 ਲੰਮੀਆਂ ਕਵਿਤਾਵਾਂ ਸੀਗੀਆਂ, ਅੱਲਾ ਯਾਰ ਖਾਂ ਜੋਗੀ ਦੀਆਂ ਲਿਖੀਆਂ ਹੋਈਆਂ। ਇੱਕ ਸੀਗੀ ਸ਼ਹੀਦਾਨੇ ਵਫਾ ਤੇ ਦੂਸਰੀ ਸੀ ਜੰਗੇ ਸ਼ਹੀਦਾਂ। ਹੁਣ ਜਿਹੜੀ ਗੱਲ ਤੁਸੀਂ ਸ਼ੁਰੂ ਕਰ ਲਈ, ਮੈਂ ਉਹਦੇ 'ਚ ਹੀ ਇਹਦਾ ਇੱਕ ਨਜ਼ਰੀਆ ਦੇਣ ਦੀ ਕੋਸ਼ਿਸ਼ ਕਰਦਾ, ਠੀਕ ਹੈ ਜੀ। ਉਹ ਨਜ਼ਰੀਆ ਅੱਲਾ ਯਾਰ ਖਾਂ ਜੋਗੀ ਨੇ ਦਿੱਤਾ। ਇਨਫੈਕਟ ਉਹਦੀ ਵੋਕੈਬਲਰੀ ਦੇਖੋ ਕਿੰਨੀ ਤਗੜੀ ਹੈ, ਕਿਉਂਕਿ ਉਹ ਸਿੱਖ ਨਜ਼ਰੀਏ ਨੂੰ ਨਾਲ ਰੱਖ ਰਿਹਾ ਤੇ ਨਾਲ ਉਹ ਪ੍ਰੈਜ਼ੈਂਟ ਕਰ ਰਿਹਾ। ਉਹ ਆਪ ਮੁਸਲਮਾਨ ਆ, ਤੇ ਉਸ ਵੇਲੇ ਦੀ ਜਿਹੜੀ ਇਸਲਾਮ ਦੀ ਹਕੂਮਤ ਮੁਗਲਾਂ ਦੇ ਰੂਪ ਵਿੱਚ ਸਰਹੰਦ ਵਿੱਚ ਕੀ ਕਰ ਰਹੀ ਆ, ਚਮਕੌਰ ਵਿੱਚ ਕੀ ਕਰ ਰਹੀ ਹੈ, ਉਹ ਵੀ ਗੱਲਾਂ ਨਾਲ ਰੱਖ ਰਿਹਾ। ਹੁਣ ਉਹਦੇ ਜਿਹੜੇ ਲਫ਼ਜ਼ ਨੇ, ਕਿਉਂਕਿ ਲਫ਼ਜ਼ਾਂ ਦੀ ਚੋਣ ਹੁੰਦੀ ਹੈ, ਲਫ਼ਜ਼ਾਂ ਦੇ ਰਾਹੀਂ, ਕਾਵ ਸ਼ੈਲੀ ਦੇ ਰਾਹੀਂ ਗੱਲ ਬਿਆਨ ਕੀਤੀ ਜਾ ਸਕਦੀ ਹੈ, ਜਿਹੜੀ ਆਮ ਲਫ਼ਜ਼ਾਂ 'ਚ ਨਹੀਂ ਹੋ ਸਕਦੀ। ਹੁਣ ਦੇਖੋ ਕੀ ਕਹਿੰਦੇ ਨੇ, ਮੈਂ ਇੱਥੇ ਸ਼ੇਅਰ ਕਰਦਾ ਤੁਹਾਡੇ ਆਡੀਅנס ਦੇ ਨਾਲ। ਉਹ ਕਹਿੰਦੇ, ਕਿਉਂਕਿ ਮੈਨੂੰ ਇਹ ਮੈਂ ਯਾਦ ਕੀਤੇ ਹੋਏ ਨੇ 2 ਪੈਰਾਗ੍ਰਾਫ, ਕਿਉਂਕਿ ਬੜੇ ਜ਼ਬਰਦਸਤ ਨੇ। ਉਹ ਕਹਿੰਦੇ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਕੀ ਕਹਿ ਰਹੇ ਨੇ। ਅੱਲਾ ਯਾਰ ਖਾਂ ਜੋਗੀ ਕਹਿੰਦਾ, ਉਹ ਕਹਿੰਦੇ, ਲੋ ਜਾਓ सिधारो, तुम्हें अल्लाह को सौंपा, मर जाओ या मार डालो, तुम्हें अल्लाह को सौंपा, रब को ना बिसारो, तुम्हें अल्लाह को सौंपा, सिक्खी को उभारो, तुम्हें अल्लाह को सौंपा, वहां गुरु अब जंग की हिम्मत तुम्हें बख्शे, प्यासे हो बहुत जामे शहादत तुम्हें बख्शे। ਹੁਣ ਦੇਖੋ ਇੱਥੇ ਕਿੰਨੀ ਵੱਡੀਆਂ ਗੱਲਾਂ ਆ ਗਈਆਂ ਇਹਦੇ ਵਿੱਚ, ਅੱਲਾ ਨੂੰ ਸੌਂਪਾ, ਕਿਉਂਕਿ ਉਹ ਵੋਕੈਬਲਰੀ ਯੂਜ਼ ਕਰ ਰਹੇ ਨੇ। ਅੱਲਾ ਰੱਬ ਦਾ ਆਈਡੀਆ ਹੈਗਾ ਇਸਲਾਮ ਦੇ ਵਿੱਚ। ਕਹਿੰਦੇ ਮੈਂ ਤਾਂ ਤੁਹਾਨੂੰ ਆਫਰ ਕਰਤਾ ਹੈਗਾ, ਇੰਟਰਸਟ ਕਰਤਾ ਹੈਗਾ ਵਾਹਿਗੁਰੂ ਦੇ ਥੱਲੇ, ਇੱਕੋ ਓੰਕਾਰ ਦੇ ਥੱਲੇ ਜੀ। ਹੁਣ ਜੰਗ ਕੀ ਹਿੰਮਤ ਤੁਮੇ ਬਖਸ਼ੇ, ਕਿਉਂਕਿ ਤੁਸੀਂ ਦੇਖੋ ਆਮ ਆਪਾਂ ਅਮਰਚਿਤ ਕਥਾ ਤੋਂ ਲੈ ਕੇ ਢਾਡੀਆਂ ਦੀਆਂ ਵਾਰਾਂ ਤੇ ਕਥਾ 'ਚ ਆਪਾਂ ਸੁਣਿਆ ਕਿ ਉਹਨਾਂ ਨੇ ਪਾਣੀ ਦਾ ਗਲਾਸ ਮੰਗਿਆ। ਉਹ ਗੱਲ ਨੂੰ ਯੂਟਿਲਾਈਜ਼ ਕਰ ਰਹੇ ਨੇ, ਬਟ ਪੋਜ਼ਿਟਿਵਲੀ ਇਹਦੇ 'ਚ। ਉਹ ਕਹਿੰਦੇ ਜਾਮੇ ਸ਼ਹਾਦਤ ਤੁਮੇ ਬਖਸ਼ੇ, ਕਹਿੰਦੇ ਇਹ ਵਾਲਾ ਜਾਮ ਵੀ ਉਹਦੀ ਗ੍ਰੇਸ ਦੇ ਵਿੱਚੋਂ ਤੁਹਾਨੂੰ ਮਿਲੇ, ਕਿਉਂਕਿ ਸਿੱਖੀ ਵਿੱਚ ਸ਼ਹਾਦਤ ਇੱਕ ਦਾਤ ਮੰਨੀ ਗਈ ਹੈ। ਸੋ ਇਹ ਜਿਵੇਂ ਨਜ਼ਰੀਆ ਦੇਣਾ ਨਾ, ਐਕਚੁਅਲੀ ਇਹੀ ਰੌਂਗਟੇ ਖੜੇ ਕਰਦਾ ਸੀ ਨਾ, ਇਹੀ ਸਾਨੂੰ ਜੋੜਦਾ ਸੀਗਾ। ਪਾਤਸ਼ਾਹ ਤਾਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨਾਲ ਸਾਨੂੰ ਇਸ ਤਰ੍ਹਾਂ ਦੀ ਗੱਲਾਂ ਜੋੜਦੀਆਂ ਸੀ। ਔਰ ਇਹਦੇ 'ਚ ਇੱਕ ਗੱਲ ਹੋਰ ਵੀ ਆਉਂਦੀ ਹੈ ਜਿਹੜੀ ਮਹੱਤਵਪੂਰਨ ਇਹ ਆ
ਕਿ ਜਦੋਂ ਗੁਰੂ ਸਾਹਿਬ ਨੂੰ ਉਹ ਕਹਿੰਦੇ ਆ ਕਿ ਤੁਸੀਂ ਅਨੰਦਪੁਰ ਛੱਡ ਜਾਓ, ਤੁਹਾਡੇ ਨਾਲ ਸਾਡੀ ਸ਼ਾਂਤੀ ਦੀ ਸੰਧੀ ਹੈ, ਉਸ ਤੋਂ ਬਾਅਦ ਤੁਹਾਡੇ ਖਿਲਾਫ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ। ਪਰ ਦਿੱਲੀ ਦੀ ਐਡਮਿਨਿਸਟ੍ਰੇਸ਼ਨ ਨੇ ਉਦੋਂ ਜਿਹੜੀ ਉਸ ਸਮੇਂ ਦੀ, ਉਹਨਾਂ ਨੇ ਸੂਬੇਦਾਰ ਦੇ ਨਾਲ ਰਲ ਕੇ ਫਿਰ ਉਹ ਜਿਹੜੀ ਵਾਅਦਾ ਖਿਲਾਫੀ ਕੀਤੀ ਆ, ਉਹ ਸੰਧੀ ਨੂੰ ਤੋੜਿਆ। ਗੁਰੂ ਸਾਹਿਬ ਨੇ ਉਹਨਾਂ 'ਤੇ ਭਰੋਸਾ ਕਰਕੇ ਫਿਰ ਅਨੰਦਪੁਰ ਸਾਹਿਬ ਛੱਡਿਆ ਸੀ, ਪਰ ਲੇਕਿਨ ਫੌਜਾਂ ਨੇ ਪਿੱਛਾ ਕਰਨਾ ਉਹਨਾਂ ਦਾ ਛੱਡਿਆ ਨਹੀਂ ਉਸ ਤੋਂ ਬਾਅਦ। ਇਸ ਤਰ੍ਹਾਂ ਦੀ ਗੱਲ ਨੂੰ ਤਾਂ ਆਪਾਂ ਇਹਨੂੰ ਹੋਰ ਐਂਗਲ ਤੋਂ ਵੀ ਲੈ ਸਕਦੇ ਹਾਂ। ਬਿਲਕੁਲ ਠੀਕ ਨੇ ਇਹ ਗੱਲਾਂ। ਜਿਹੜਾ ਗੁਰਦੁਆਰਾ ਤਾੜੀ ਸਾਹਿਬ ਆ, ਉਹ ਇਸ ਗੱਲ ਦਾ ਸੰਕੇਤ ਆ ਕਿ ਜਦ ਗੁਰੂ ਸਾਹਿਬ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਜਾ ਰਹੇ ਨੇ, ਉਹਦੇ ਵੱਖਰੇ ਵੱਖਰੇ ਤੁਸੀਂ ਪਰਸਪੈਕਟਿਵ ਇੰਟਰਪ੍ਰੀਟੇਸ਼ਨ ਹੋ ਸਕਦੀਆਂ, ਮੈਂ ਉਹਦੇ 'ਚ ਨਹੀਂ ਜਾਵਾਂਗਾ, ਉਹ ਇੱਕ ਅਕੈਡਮਿਕ ਡਿਬੇਟ ਆ। ਬਟ ਲੋਕਾਂ ਦੇ ਮਨਾਂ 'ਚ ਕੀ ਆ, ਸਾਡਾ ਗੁਰਦੁਆਰਾ ਬਣਨਾ ਕੀ ਹੁੰਦਾ ਸੀ? ਇਹ ਸਾਡੀ ਇੱਕ ਨਿਸ਼ਾਨੀ ਹੁੰਦੀ ਸੀ ਕਿ ਇੱਥੇ ਕੋਈ ਖਾਸ ਪੁਰਬ ਹੋਇਆ, ਇੱਥੇ ਕੋਈ ਖਾਸ ਘਟਨਾ ਵਾਪਰੀ ਹੈ। ਇਟਸ ਐਸੋਸੀਏਟਡ ਵਿਦ ਦ ਲਾਈਫ ਆਫ ਦ ਗੁਰੂ। ਇਹੀ ਸੀ ਨਾ ਜੀ। ਉਹ ਤਾੜੀ ਮਾਰਨ ਦਾ ਇੱਕ ਐਲਾਨ ਕਰਨ ਦਾ ਮਤਲਬ ਆ ਕਿ ਇੱਥੋਂ ਹਿੰਦ ਦਾ ਪੀਰ, ਜਿਵੇਂ ਦੱਸਿਆ ਜਾਂਦਾ ਕਿ ਹਿੰਦ ਦਾ ਪੀਰ ਐਲਾਨ ਕਰਕੇ ਜਾ ਰਿਹਾ। ਹੁਣ ਉਹ ਐਲਾਨ ਕਰਕੇ ਜਾਣਾ, ਇਹ ਅਸੀਂ ਐਨਾਲਿਸਿਸ ਜਦ ਕਰਦੇ ਹਾਂ ਇਹਦੇ ਵਿੱਚ ਗੜਬੜਾ ਕਰ ਦਿੰਦੇ ਨੇ। ਉਹ ਹਿੰਦ ਦਾ ਪੀਰ ਛੱਡ ਕੇ ਜਾ ਰਿਹਾ। ਹਿੰਦ ਦੇ ਪੀਰ ਦੀ ਵੀ ਆਪਾਂ ਵਿਆਖਿਆ ਕਰ ਸਕਦੇ ਜੇ ਲੋੜ ਆ, ਬਟ ਜਿਹੜੀ ਗੱਲ ਤੁਸੀਂ ਕੀਤੀ ਮੈਂ ਉਹਦੇ ਨਾਲ ਜੋੜਨਾ ਚਾਹਣਾ ਇਹਨੂੰ। ਇੱਕ ਤਾਂ ਇਹ ਨਿਸ਼ਾਨੀ ਛੱਡਤੀ ਸਿੱਖਾਂ ਦੇ ਲਈ ਤੇ ਇਤਿਹਾਸਕਾਰਾਂ ਲਈ ਕਿ ਬਈ ਇਸ ਨਜ਼ਰੀਏ ਤੋਂ ਦੇਖੋ। ਦੂਸਰੀ ਗੱਲ, ਜਿਹੜਾ ਦੇਖੋ ਜੀ 1676 ਜਦ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ, ਤੇ 1699 ਜਦ ਵਿਸਾਖੀ ਦਾ ਪੁਰਬ ਮਨਾਇਆ ਜਾਂਦਾ। 2 ਦਹਾਕਿਆਂ ਤੋਂ ਵੱਧ ਦੀ ਟ੍ਰੇਨਿੰਗ 10ਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਦਿੱਤੀ, ਤੇ ਅਜੇ ਖਾਲਸਾ ਪ੍ਰਗਟਿਆ ਨਹੀਂ ਸੀ। ਉਹ ਟ੍ਰੇਨਿੰਗ ਦੇ ਵਿੱਚ ਜੋ ਪੌਂਟਾ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਵਿਚਾਲੇ ਨਾਹਨ ਦਾ ਇੱਕ ਰਾਜਾ, ਬਟ 21 ਰਾਜੇ ਹੋਰ ਵੀ ਨੇ, ਉਹਨਾਂ ਦੇ ਨਾਲ ਕਿਹੜੀਆਂ ਕਨਵਰਸੇਸ਼ਨਸ ਹੋ ਰਹੀਆਂ, ਆਪਾਂ ਕਹਾਂਗੇ ਕਿਹੜਾ ਡਾਇਲੋਗ ਹੋ ਰਿਹਾ, ਕਿਹੜੀਆਂ ਸੰਧੀਆਂ ਹੋ ਰਹੀਆਂ, ਕਿਹੜੀਆਂ ਡਿਪਲੋਮੇਸੀ ਹੋ ਰਹੀਆਂ, ਕਿੱਥੇ ਕੌਣ ਅਲੀਜੈਂਸ ਤੋੜ ਰਿਹਾ, ਕਿਹੜਾ ਮੁਗਲਾਂ ਨਾਲ ਰਲਦਾ ਫਿਰ ਛੱਡ ਦਿੰਦਾ, ਉਹ ਸਾਰੇ ਨੂੰ ਨਜ਼ਰ ਰੱਖੇ ਜਦ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ ਵਿੱਚ ਜ਼ਿਕਰ ਕੀਤਾ ਕਿ ਹੁਣ ਤੂੰ ਜੇ ਕੁਰਾਨ ਦੀ ਵੀ ਸਹੁੰ ਖਾਏਗਾ ਅਸੀਂ ਨਹੀਂ ਮੰਨ ਸਕਦੇ, ਕਿਉਂਕਿ ਤੂੰ ਕਿੰਨੀ ਵਾਰ ਤੋੜ ਚੁੱਕਿਆ। ਇਹੀ ਗੱਲ ਉਹਨਾਂ ਨੇ ਜਿਹੜੇ 22 ਧਾਰ ਦੇ ਰਾਜੇ ਸੀ, ਸਿਰਫ ਇੱਕ ਰਾਜਾ ਸੀ ਜਿਹੜਾ ਅਟਲ ਰਿਹਾ, ਉਹ ਸੀ ਨਾਹਨ ਦਾ ਰਾਜਾ। ਬਾਕੀ 21 ਰਾਜਿਆਂ ਦਾ ਉਹਨਾਂ ਦਾ ਵੀ ਨਹੀਂ ਪਤਾ ਲੱਗਦਾ ਸੀ। ਕਦੇ ਕਿਸੇ ਵੱਲ ਹੋ ਜਾਂਦੇ ਸੀ, ਕਦੇ ਗੁਰੂ ਵੱਲ, ਸੰਧੀਆਂ ਤੋੜ ਦਿੰਦੇ ਸੀ, ਜਿਹਨੂੰ ਅੱਜ ਕੱਲ ਆਪਾਂ ਕਹਿੰਦੇ ਆ ਆਪਣੇ ਜਿਹੜੇ ਐਗਰੀਮੈਂਟਸ ਕਰਕੇ ਤੋੜ ਦੇਣੇ। ਸੋ ਉਹ ਸਾਰਾ ਕੁਝ ਇਹਦੇ ਵਿੱਚ ਛੁਪਿਆ ਹੋਇਆ ਕਿ 10ਵੇਂ ਪਾਤਸ਼ਾਹ ਨੇ ਐਕਚੁਅਲੀ ਸਾਰਾ ਕੁਝ ਕੀਤਾ। ਡਿਪਲੋਮੇਸੀ, ਕਨਵਰਸੇਸ਼ਨ, ਸੰਧੀਆਂ, ਟ੍ਰੀਟੀਜ਼ ਜਿਹਨੂੰ ਆਪਾਂ ਕਹਿੰਦੇ ਆ, ਇਵੈਂਚੁਅਲੀ ਫਿਰ ਐਲਾਨ ਕੀਤਾ ਕਿ ਹੁਣ ਸੌਹਾਂ ਜਿਹੜੇ ਸੌਹਾਂ ਚੱਕਦੇ ਨੇ ਉਸ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਸੌਹਾਂ ਖਾ ਕੇ ਵੀ ਇੰਨੀ ਵਾਰ ਪ੍ਰੋਮਿਸ ਤੋੜ ਚੁੱਕੇ ਨੇ। ਹਰਿੰਦਰ ਸਿੰਘ ਜੀ, ਜਿਹੜੀ ਡੈਮੋਕ੍ਰੇਸੀ ਦੀ ਅੱਜ ਗੱਲ ਚੱਲ ਰਹੀ ਹੈ, ਜਿਸ ਡੈਮੋਕ੍ਰੇਸੀ ਨੂੰ ਸਾਰੀ ਸੰਸਾਰ ਦੇ ਵਿੱਚ ਹੁਣ ਪ੍ਰਚਲਿਤ ਕਰਨ ਲਈ ਪੂਰਾ ਜ਼ੋਰ ਲੱਗਿਆ ਹੋਇਆ, ਗੁਰੂ ਸਾਹਿਬ ਨੇ ਇਹ ਡੈਮੋਕ੍ਰੇਸੀ ਉਦੋਂ ਸਥਾਪਿਤ ਕਰ ਦਿੱਤੀ ਜਦੋਂ ਉਹਨਾਂ ਨੇ ਕਿਹਾ ਕਿ ਸੰਗਤ 21 ਵਿਸਵੇ ਆ, ਜਦੋਂ ਉਹਨਾਂ ਨੇ ਕਿਹਾ ਕਿ 5 ਪਿਆਰਿਆਂ ਦਾ ਹੁਕਮ ਹੈ ਜਿਹੜਾ ਉਹ ਮੇਰੇ ਲਈ ਸਭ ਤੋਂ ਉੱਤਮ ਹੈ। ਔਰ ਚਮਕੌਰ ਦੀ ਗੜੀ 'ਚੋਂ ਉਹ ਜਾਣਾ ਨਹੀਂ ਸਨ ਚਾਹੁੰਦੇ, ਲੇਕਿਨ ਜਦੋਂ ਉਹਨਾਂ ਨੂੰ 5 ਪਿਆਰਿਆਂ ਦਾ ਹੁਕਮ ਹੋਇਆ, ਡੈਮੋਕ੍ਰੇਸੀ ਦੀ ਦੇਖੋ ਇਹ ਜਿਹੜੀ ਸਿਰੇ ਝੋਟੀ ਦਾ ਸਿਸਟਮ ਸੀ, ਸ਼ਾਇਦ ਸਮੇਂ ਤੋਂ ਅਗਾਊਂ ਸੀ, ਉਹ ਪਹਿਲਾਂ ਸਮੇਂ ਤੋਂ ਸੀ, ਲੇਕਿਨ ਉਸ ਵੇਲੇ ਉਹਨਾਂ ਨੇ ਸਥਾਪਿਤ ਕਰ ਦਿੱਤਾ ਤੇ ਉਹਨਾਂ ਦਾ ਹੁਕਮ ਉਹਨਾਂ ਨੇ ਮੰਨਿਆ, ਤੇ ਉਸ ਤੋਂ ਬਾਅਦ ਚਮਕੌਰ ਦੀ ਗੜੀ 'ਚੋਂ ਉਹ ਮਾਛੀਵਾੜੇ ਨੂੰ ਤੁਰਦੇ ਨੇ। ਜ਼ਰੂਰ। ਐਂਡ ਇਸ ਗੱਲ ਨੂੰ ਜੇ ਮੈਂ ਥੋੜਾ ਜਿਹਾ ਹੋਰ ਖੋਲਦਾ, ਜਿਹੜੀ ਗੱਲ ਤੁਸੀਂ ਕਹੀ ਹੈ ਪੂਰੀ ਦਰੁਸਤ ਆ। ਦੇਖੋ, ਡੈਮੋਕ੍ਰੇਸੀ ਲਫ਼ਜ਼ ਇੱਕ ਆਈਡੀਏ ਦਾ ਨਾਮ, ਜਦੋਂ ਉਹਨੂੰ ਪ੍ਰੈਕਟਿਸ ਕੀਤਾ ਜਾਂਦਾ ਉਹਨੂੰ ਫਿਰ ਕਿਹਾ ਜਾਂਦਾ ਕਿ ਡੈਮੋਕ੍ਰੈਟਿਕ ਰੈਪਰੈਜ਼ੈਂਟੇਸ਼ਨਸ ਬਣੀਆਂ ਨੇ ਦੁਨੀਆ 'ਚ। ਜਿਵੇਂ ਜਿਹੜੀ ਇੰਗਲੈਂਡ ਦੀ ਡੈਮੋਕ੍ਰੇਸੀ ਹੈ ਉਹਨੂੰ ਵੈਸਟਮਿੰਸਟਰ ਸਟਾਈਲ ਕਿਹਾ ਜਾਂਦਾ ਸੀ, ਜਿਹੜੀ ਕੈਨੇਡਾ ਵਿੱਚ ਇੱਕ ਉਹਦੀ ਇੱਕ ਥੋੜੀ ਜਿਹੀ ਡਿਫਰੈਂਟ ਕਿਸਮ ਆ, ਆਸਟ੍ਰੇਲੀਆ ਵਿੱਚ ਉਹਦੀ ਥੋੜੀ ਡਿਫਰੈਂਟ ਕਿਸਮ ਆ, ਤੇ ਇੰਡੀਆ ਵਿੱਚ ਉਹ ਥੋੜੀ ਜਿਹੀ ਹੋਰ ਡਿਫਰੈਂਟ ਕਿਸਮ ਆ, ਬਟ ਉਹ ਹੈ ਸਿਮਿਲਰ ਸਿਸਟਮ ਦਾ। ਇਸੇ ਤਰ੍ਹਾਂ ਰਿਪਬਲਿਕ ਦੇ ਆਈਡੀਆ ਨੇ ਜਿਹੜੇ ਗ੍ਰੀਕ ਆਈਡੀਆਜ਼ ਵਿੱਚੋਂ ਨਿਕਲੇ ਸੀ, ਉਹਨਾਂ ਦਾ ਥੋੜਾ ਡੈਮੋਕ੍ਰੈਟਿਕ ਢਾਂਚੇ ਦੀ ਇੰਪਲੀਮੈਂਟੇਸ਼ਨ ਦਾ ਡਿਫਰੈਂਟ ਸਿਸਟਮ ਆ। ਜਿਵੇਂ ਅਮਰੀਕਾ ਦਾ ਥੋੜਾ ਜਿਹਾ ਡਿਫਰੈਂਟ ਸਿਸਟਮ ਆ, ਇੰਪਲੀਮੈਂਟੇਸ਼ਨ ਸਿਸਟਮ ਡਿਫਰੈਂਟ ਹੀ ਹੁੰਦੇ ਨੇ, ਬਟ ਉਹ ਪ੍ਰਿੰਸੀਪਲ ਸਿਮਿਲਰ ਆ। ਉਹ ਪ੍ਰਿੰਸੀਪਲ ਜਿਹਨੂੰ ਅੱਜ ਦੁਨੀਆ ਡੈਮੋਕ੍ਰੈਟਿਕ ਪ੍ਰਿੰਸੀਪਲਸ ਕਹਿੰਦੀ ਆ, ਉਹ 10ਵੇਂ ਪਾਤਸ਼ਾਹ ਦਾ ਟ੍ਰੇਨਿੰਗ ਦਾ ਹਿੱਸਾ। ਬਿਲਕੁਲ। ਜਦੋਂ ਉਹਨਾਂ ਨੇ ਦੇਖ ਰਹੇ ਆ ਕਿ ਜਦੋਂ ਨੂੰ ਰੈਪਰੈਜ਼ੈਂਟੇਟਿਵ ਡੈਮੋਕ੍ਰੇਸੀ ਬਣਾਉਣਾ, ਸਾਡਾ ਰੈਪਰੈਜ਼ੈਂਟੇਟਿਵ ਡੈਮੋਕ੍ਰੇਸੀ ਦਾ ਮਤਲਬ ਮੈਜੋਰਿਟੇਰੀਅਨਿਜ਼ਮ ਨਹੀਂ ਰਿਹਾ, ਕਦੇ ਵੀ ਨਹੀਂ ਰਿਹਾ, ਉਹ ਰੈਪਰੈਜ਼ੈਂਟੇਸ਼ਨ ਡੈਮੋਕ੍ਰੇਸੀ ਰਿਹਾ। ਕਿਉਂਕਿ ਜਮਹੂਰੀਅਤ ਤਾਂ ਇੱਕ ਤਮਾਸ਼ਾ ਵੀ ਬਣ ਜਾਂਦਾ, ਜਿਵੇਂ ਡਾਕਟਰ ਇਕਬਾਲ ਸਾਹਿਬ ਲਿਖਿਆ ਵੀ ਆਏਗਾ ਕਿ ਜਮਹੂਰੀਅਤ ਇੱਕ ਤਮਾਸ਼ਾ ਹੈ, ਸੋ ਸਾਡੇ ਲਈ it was never a vote of democracy, it was more of ਜਿਹਨੂੰ ਅੱਜ ਕੱਲ
ਆਈਡੀਆਜ਼ ਰਿਪਰੈਜ਼ੈਂਟੇਸ਼ਨ ਦੇ ਐਂਗਲ ਤੋਂ ਮੈਰਿਟੋਕ੍ਰੇਸੀ ਦੀ ਗੱਲ ਚੱਲ ਰਹੀ ਆ, ਉਹਦੇ ਨੇੜੇ ਤੇੜੇ ਅਸੀਂ ਘੁੰਮਦੇ ਹਾਂ ਕਿ ਜਿਹੜੇ ਕੁਆਲੀਫਾਈਡ ਇੰਡੀਵਿਜੂਅਲਸ ਨੇ, ਜਿਨ੍ਹਾਂ ਦੀ ਇਹ ਟ੍ਰੇਨਿੰਗ ਆ, ਜਿਨ੍ਹਾਂ ਦੀ ਅਲੀਜੈਂਸ ਬੜੀ ਕਲੀਅਰ ਆ, ਉਹ ਜਦ ਹੁਕਮ ਲੈਂਦੇ ਨੇ, ਉਹ ਜਦ ਡਿਲੀਬਰੇਸ਼ਨ ਕਰਦੇ ਨੇ, ਉਹ ਸਾਡਾ ਪੰਜਾਂ ਪਿਆਰਿਆਂ ਦਾ ਮਾਡਲ ਬਣਦਾ। ਤੇ ਇਸੇ ਕਰਕੇ ਅਸੀਂ ਆਖਦੇ ਹਾਂ ਨਾ, ਵਾਹ ਵਾਹ ਗੋਬਿੰਦ ਸਿੰਘ ਆਪੇ ਆਪੇ ਗੁਰਚੇਲਾ, ਗੁਰਚੇਲਾ। ਜਿਹੜਾ ਕੱਲਾ ਗੁਰੂ ਨਹੀਂ ਰਿਹਾ, ਜਿਹੜਾ ਕੱਲਾ ਮੈਂਟਰ ਨਹੀਂ ਰਿਹਾ, ਜਿਹੜਾ ਆਪ ਪਰਫੈਕਸ਼ਨ ਹੋ ਕੇ ਵੀ ਫਿਰ ਵੀ ਜਿਵੇਂ ਹੀ ਅੰਮ੍ਰਿਤ ਛਕਾਇਆ, ਉਸ ਤੋਂ ਸੈਕੰਡ ਐਕਟ ਸੀਗਾ ਆਪ ਛਕਿਆ। ਸੋ ਦਿਸ ਇਜ਼ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਜਿਹੜੀ ਭਾਈ ਗੁਰਦਾਸ ਸਿੰਘ ਸੀਗੇ ਜਿਨ੍ਹਾਂ ਦੇ ਇੱਕ ਲੰਮੀ ਵਾਰ ਲਿਖੀ ਹੈ, ਉਸ ਵਾਰ ਦਾ ਇੱਕ ਹਿੱਸਾ ਇਹ ਸਾਡੀ ਹਿਸਟਰੀ ਨੂੰ ਤਾਜ਼ਾ ਰੱਖਿਆ ਕਿ ਗੁਰੂ ਸਿਰਫ ਆਈਡੀਆ ਨਹੀਂ ਕਰਦਾ, ਗੁਰੂ ਉਸ ਆਈਡੀਆ ਨੂੰ ਵਾਇਲ ਅਲਾਈਵ ਆਪਣੇ ਜੀਂਦੇ ਜੀ ਪ੍ਰੈਕਟੀਕਲ ਰੂਪ ਦੇ ਕੇ ਜਾਂਦਾ। ਔਰ ਉਸ ਤੋਂ ਬਾਅਦ ਜਿਹੜਾ ਸੈਕੂਲਰਿਜ਼ਮ ਦੀ ਗੱਲ ਜੇ ਆਪਾਂ ਕਰਦੇ ਹਾਂ, ਜੇ ਆਪਾਂ ਗੱਲ ਕਰਦੇ ਹਾਂ ਕਿ ਵੈਰ ਵਿਰੋਧ ਤੋਂ ਉੱਪਰ ਉੱਠਣ ਦੀ, ਤੇ ਗੁਰੂ ਸਾਹਿਬ ਗਨੀ ਖਾਨ ਨਬੀ ਖਾਨ ਦੇ ਘਰ ਜਾ ਕੇ ਠਹਿਰਦੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਕਿੰਨੀ ਵਾਰੀ ਇਹ ਗੱਲ ਦਾ ਸਬੂਤ ਦਿੱਤਾ ਕਿ ਉਹ ਤਾਂ ਜ਼ੁਲਮ ਦੇ ਨਾਲ ਟਕਰਾਓ ਹੈ, ਮੁਸਲਮਾਨ ਨਾਲ ਨਹੀਂ। ਸਗੋਂ ਉਹ ਜਿਹੜਾ ਜ਼ੁਲਮੀ ਪਾਪੀ ਦੁਸ਼ਟ ਜਿਹੜਾ ਵਿਅਕਤੀ ਰਾਜ ਕਰ ਰਿਹਾ ਹੈ, ਉਸ ਦੇ ਸਿਧਾਂਤਾਂ ਨਾਲ ਤੇ ਉਸ ਦੀ ਜ਼ੁਲਮ ਕਰਨ ਦੀ ਜਿਹੜੀ ਸਮਰੱਥਾ ਹੈ, ਅਸੀਂ ਤਾਂ ਉਸ ਨੂੰ ਚੈਲੰਜ ਕਰ ਰਹੇ ਹਾਂ। ਵਰਨਾ ਮੁਸਲਮਾਨਾਂ ਨਾਲ ਤਾਂ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਰਿੜਕਾ ਨਹੀਂ ਸੀ। ਅੱਜ ਜਿਹੜੀਆਂ ਵੰਡੀਆਂ ਪਈਆਂ ਨੇ, ਜਾਂ ਕੁਛ ਲੋਕ ਗੱਲ ਕਰਦੇ ਨੇ ਕਿ ਸਿੱਖ ਧਰਮ ਤੇ ਮੁਸਲਮਾਨ ਧਰਮ, ਮੁਸਲਮਾਨਾਂ ਨੇ, ਮੁਗਲਾਂ ਨੇ ਆਹ ਕੀਤਾ, ਉਹ ਤਾਂ ਇੱਕ ਪਰਟੀਕੂਲਰ ਬਾਦਸ਼ਾਹ ਨੇ ਜਿਹਨੇ ਮੁਸਲਮਾਨ ਵੀ ਨਹੀਂ ਬਖਸ਼ੇ। ਬਿਲਕੁਲ ਠੀਕ ਹੈ ਜੀ ਇਹ ਗੱਲ। ਇਹ ਤਾਂ ਸਾਨੂੰ ਨਾ ਗੁੰਮਰਾਹ ਕੀਤਾ ਜਾਂਦਾ, ਜਿਹੜਾ ਗੁਰਬਾਣੀ ਚੋਂ ਨਿਕਲ ਕੇ ਆ ਰਿਹਾ ਨਾ, ਉਹਦੇ ਲਈ ਇਹ ਇਸ਼ੂ ਹੈ ਹੀ ਨਹੀਂ। ਇੱਥੋਂ ਪਤਾ ਲੱਗਦਾ ਅੱਜ ਕੱਲ੍ਹ ਅਸੀਂ ਗੁਰਬਾਣੀ ਤੋਂ ਟੁੱਟ ਕੇ ਜਦ ਗੱਲ ਕਰਦੇ ਹਾਂ, ਫਿਰ ਅਸੀਂ ਬਣਾ ਲੈਂਦੇ ਹਾਂ ਪੋਲੀਟੀਕਲ ਏਜੰਡਾਜ਼ ਦੇ ਥੱਲੇ ਜਾਂ ਨੈਸ਼ਨਲਿਜ਼ਮ ਦੀ ਆਈਡੀਓਲੋਜੀਜ਼ ਦੇ ਥੱਲੇ, ਇਹ ਤਾਂ ਜੀ ਮੁਸਲਮਾਨ ਇਦਾਂ ਕਰਦੇ ਨੇ। ਦੇਖੋ ਹੁਣ ਆ ਜਿਹੜੇ ਹਫਤੇ ਦੀ ਆਪਾਂ ਗੱਲ ਕਰ ਰਹੇ ਹਾਂ, ਸਾਨੂੰ ਮਲੇਰਕੋਟਲੇ ਦਾ ਨਵਾਬ ਵੀ ਅੱਜ ਯਾਦ ਆ ਨਾ, ਤੇ ਉਸੇ ਦੇ ਵਿੱਚ ਸਾਨੂੰ ਗੰਗੂ ਵੀ ਯਾਦ ਆ ਤੇ ਮਹਿਤਾ ਵੀ ਯਾਦ ਆ, ਟੋਡਰਮਲ ਵੀ ਯਾਦ ਆ। ਹਿੰਦੂ ਤੇ ਮੁਸਲਿਮਸ ਨੇ, ਇਹ ਤਾਂ ਤੁਹਾਡਾ ਇੱਕ ਆਪਣਾ ਆਈਡੈਂਟੀਟੀ ਦਾ ਮਸਲਾ। ਗੁਰੂਆਂ ਦੀ ਸੰਧੀ ਜਿਹੜੀ ਆ, ਭਾਵੇਂ ਕੋਈ ਪਠਾਨ ਮੁਸਲਮਾਨ ਸੀ ਤੇ ਭਾਵੇਂ ਕੋਈ ਨਵਾਬੀ ਮੁਸਲਮਾਨ ਸੀ ਤੇ ਭਾਵੇਂ ਕੋਈ ਹਕੂਮਤ ਦੇ ਮੁਸਲਮਾਨ ਸੀ, ਸਿਮਿਲਰਲੀ ਹਿੰਦੂਜ਼, ਭਾਵੇਂ ਉਹ ਪਹਿਲੀ ਜੰਗ ਵੇਲੇ ਇੱਕ ਹਿੰਦੂ ਹਲਵਾਈ ਉੱਠ ਕੇ ਆਇਆ ਉਹਨਾਂ ਨਾਲ ਭੰਗਾਣੀ ਦੇ ਯੁੱਧ ਵਿੱਚ ਨਾਲ ਖੜਿਆ ਆ ਕੇ, ਤੇ ਭਾਵੇਂ ਉਹ ਗ੍ਰਸਤੀ ਸੀ ਤੇ ਭਾਵੇਂ ਉਹ ਰਸੋਈਏ ਸੀ, ਗੱਲ ਆ ਜਾਂਦੀ ਹੈ ਕਿ ਤੁਸੀਂ ਕਿਸ ਗੱਲ ਦੀ ਵਿਟਨੈਸ ਕਰ ਰਹੇ ਹੋ, ਤੁਸੀਂ ਕਿਸ ਅਸੂਲ ਦੇ ਨਾਲ ਖੜੇ ਹੋ, ਕਿਸ ਪ੍ਰਿੰਸੀਪਲਸ ਦੇ ਨਾਲ ਖੜੇ ਹੋ। ਗੁਰੂਆਂ ਲਈ ਇਹ ਕਦੇ ਇਸ਼ੂ ਨਹੀਂ ਸੀ। ਇਨਫੈਕਟ ਜਿਹੜੀ ਮੈਂ ਤੁਹਾਡੇ ਨਾਲ ਅਰਲੀਅਰ ਪੋਇਮ ਸ਼ੁਰੂ ਕਰ ਦਿੱਤੀ ਸੀ, ਸ਼ੁਰੂ ਗੱਲ, ਉਸੇ ਗੰਜੇ ਸ਼ਹੀਦਾਂ ਵਿੱਚ ਨਾ ਇਹ ਗੱਲ ਬੜੀ ਕਲੀਅਰਲੀ ਲਿਖੀ ਹੋਈ ਆ। ਮੈਂ ਆਪ ਜੀ ਨਾਲ ਸ਼ੇਅਰ ਕਰਾਂਗਾ। ਉੱਥੇ ਲਿਖਦੇ ਨੇ ਇਹ 10ਵੇਂ ਪਾਤਸ਼ਾਹ ਦੇ ਬਾਰੇ ਉਹਨਾਂ ਨੂੰ ਪ੍ਰੈਜ਼ੈਂਟ ਕਰਨ ਤੋਂ ਪਹਿਲਾਂ ਦੱਸਿਆ ਜਾ ਰਿਹਾ, ਕਿਉਂਕਿ ਸਰਹੰਦ ਨਾਲ ਗੱਲ ਜੁੜੀ ਹੋਈ ਹੈ ਇਹ। ਉਦੋਂ ਜੋ ਕਹਿੰਦੇ ਕਿ ਜਬ ਤੱਕ ਤੇਰੀ ਨਜ਼ਰੋਂ ਮੇਂ ਕੋਈ ਗੈਰ ਹੈ ਬਾਕੀ, ਇਹ ਲੋਕਾਂ ਨੂੰ ਦੱਸਿਆ ਜਾ ਰਿਹਾ, जब तक तेरी नजरों में कोई गैर है बाकी तब तक ही तमीज़े शर्मो दैर है बाकी। ਹੁਣ ਇਹ ਜਿਹੜਾ ਸ਼ਰਮੋ ਹਰਮੋ दैर ਹੈਗਾ ਨਾ, ਸੌਰੀ, ਇਹਦਾ ਮਤਲਬ ਹੁੰਦਾ ਮੌਸਕ ਸੇ ਟੈਂਪਲਸ, ਮਸਜਿਦਾਂ ਤੇ ਮੰਦਰਾਂ ਦੀ ਗੱਲ। ਕਹਿੰਦੇ ਜਦ ਤੱਕ ਤੇਰੀ ਨਜ਼ਰਾਂ ਦੇ ਵਿੱਚ ਕੋਈ ਵੀ ਅਜੀਬ ਹੈਗਾ, ਕੋਈ ਵੀ ਅਜਨਬੀ ਹੈਗਾ, ਕੋਈ ਗੈਰ ਹੈਗਾ, ਕੋਈ ਅਦਰਨੈਸ ਹੈਗੀ, ਜਿਹਨੂੰ ਅਸੀਂ ਅੱਜ ਕੱਲ੍ਹ ਆਊਟਸਾਈਡਰ ਤੇ ਅਦਰਨੈਸ ਕਹਿੰਦੇ ਆ, ਕਹਿੰਦੇ ਤਦ ਤੱਕ ਇਹ ਮੰਦਿਰ ਤੇ ਮਸਜਿਦ ਨੂੰ ਤੂੰ ਅਲੱਗ-ਅਲੱਗ ਕਰਕੇ ਹੀ ਦੇਖੇਗਾ। ਤੇ ਫਿਰ ਅਗਲੀ ਗੱਲ ਕਹਿੰਦੇ ਨੇ, ਦੇ ਸ਼ੈਖ ਹੋ ਬ੍ਰਾਹਮਣ ਕੋ ਜੋ ਕੁਛ ਬੈਰ ਹੈ ਬਾਕੀ। ਕਹਿੰਦੇ ਤੇਰੇ ਵਿੱਚ ਜੇ ਕੋਈ ਬੈਰ ਰਹਿ ਗਿਆ ਨਾ, ਤੂੰ ਇਹ ਬ੍ਰਾਹਮਣ ਨੂੰ ਤੇ ਸ਼ੇਖ ਨੂੰ ਦੇ ਦੇ, ਕਿਉਂਕਿ ਇਹਨਾਂ ਦੀ ਪੋਲਿਟਿਕਸ ਆ, ਤੂੰ ਆਪਣੇ ਚੋਂ ਕੱਢ ਦੇ। ਫਿਰ ਉਹ ਗੁਰੂ ਸਾਹਿਬ ਨੂੰ ਪ੍ਰੈਜ਼ੈਂਟ ਕਰਦੇ, ਜਿਹੜੀ ਗੱਲ ਤੁਸੀਂ ਇਸ਼ਾਰਾ ਕੀਤਾ। ਉਹ ਕਹਿੰਦੇ ਕਹਤੇ ਹੈ ਗੁਰੂ ਸ਼ਰ ਹੈ ਫਨਾ, ਖੈਰ ਹੈ ਬਾਕੀ। ਦੇਖੋ ਕਿੰਨੀ ਵੱਡੀ ਗੱਲ ਆਖੀ ਉੱਥੇ। ਕਹਿੰਦੇ ਇਹ ਦੱਸਿਆ ਜਾ ਰਿਹਾ, ਇਹ ਕਿਹਾ ਜਾਂਦਾ ਕਿ ਜਿਹੜਾ ਗੁਰੂ ਹੈਗਾ ਨਾ, ਸ਼ਰ ਹੈ ਫਨਾ। ਫਨਾ ਸੂਫੀਜ਼ਮ ਦੀ ਇੱਕ ਲਾਸਟ ਸਟੇਜ ਮੰਨੀ ਜਾਂਦੀ ਹੈ ਸੈਲਫ ਐਨਾਈਲੇਸ਼ਨ ਦੇ ਬਾਰੇ। ਕਹਿੰਦੇ ਜਦ ਸਾਰਾ ਕੁਝ ਐਗਜ਼ੌਸਟ ਹੋ ਜਾਂਦਾ ਨਾ, ਉੱਥੇ ਗੁਰੂ ਬਾਰੇ ਕਿਹਾ ਜਾਂਦਾ ਕਿ ਉਹ ਦੱਸਦਾ ਕਿ ਸ਼ਰ ਨੂੰ, ਜਿਹੜੀ ਇਹ ਬੈਡ ਐਲੀਮੈਂਟ ਆ, ਈਵਲ ਐਲੀਮੈਂਟ ਆ, ਇਹਨੂੰ ਡਿਸਟਰੋਏ ਕਰਨਾ ਉਹ ਗੁਰੂ ਦਾ ਕੰਮ ਆ। ਇਸੇ ਕਰਕੇ ਖੈਰ ਹੈ ਬਾਕੀ, ਇਸੇ ਕਰਕੇ ਗੁੱਡਨੈਸ ਰਿਮੇਨਸ ਇਨ ਦ ਵਰਲਡ। ਇਹ ਕਹਿੰਦੇ ਇਹੀ ਇੱਕ ਦੌਲਤ ਆ, नेकी ही वो दौलत है कभी छुट नहीं सकती, सरहिंद तो लुट सकता है पर ये नहीं लुट सकती। देखो कितनी वड्डी गल कर गया। ਇਹ ਅੱਲਾ ਯਾਰ ਖਾਂ ਜੋ ਕਿ ਆਪ ਮੁਸਲਮਾਨ ਆ, 1930s ਵਿੱਚ ਲਿਖ ਰਿਹਾ। ਉਹਨੇ ਬਹੁਤ ਕਹਿੰਦੇ ਇਹ ਦੌਲਤ ਜਿਹੜੀ ਆ ਨਾ, ਵਰਚੂਸ ਦੀ, ਨੇਕੀ ਦੀ, ਇਹ ਤਾਂ ਗੁਰੂ ਨੇ ਦਿੱਤੀ ਆ, ਇਹ ਕਦੇ ਵੀ ਖਤਮ ਨਹੀਂ ਹੋਊਗੀ। ਸਰਹੰਦ ਲੁੱਟਿਆ ਜਾ ਸਕਦਾ, ਉਹਨੂੰ ਪਤਾ ਸਰਹੰਦ ਲੁੱਟਿਆ ਗਿਆ, ਬਟ ਇਹ ਵਾਲੀ ਦੌਲਤ ਕੋਈ ਨਹੀਂ ਲੁੱਟ ਸਕੂ। ਤੇ ਉਹਦੇ ਚੋਂ ਜਸਟੀਫਾਈ ਵੀ ਕਰ ਰਿਹਾ ਸਰਹੰਦ ਦਾ ਲੁੱਟਣਾ, ਕਿਉਂਕਿ ਸਰਹੰਦ ਵਿੱਚ ਇੰਨੇ ਵੱਡੇ ਕ੍ਰਾਈਮ ਹੋਏ ਸੀਗੇ। ਚਮਕੌਰ ਦੀ ਗੜੀ ਤੋਂ ਬਾਅਦ ਜਿਹੜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ,
ਸਰਹੰਦ ਦੇ ਵਿੱਚ ਉਸ ਸਮੇਂ ਜੋ ਕੁਝ ਵੀ ਹੁੰਦਾ, ਖਾਸ ਤੌਰ ਦੇ ਉੱਤੇ ਧਰਮ ਪਰਿਵਰਤਨ, ਅੱਜ ਕੱਲ੍ਹ ਵੀ ਆਪਾਂ ਗੱਲਬਾਤ ਸੁਣ ਰਹੇ ਹਾਂ, ਧਰਮ ਪਰਿਵਰਤਨ ਕਰਨ ਲਈ ਜੋ ਦਬਾਅ ਪਾਇਆ ਜਾਂਦਾ ਹੈ, ਮਾਤਾ ਗੁਜਰੀ ਜੀ ਦੀ ਇੰਸਪੀਰੇਸ਼ਨ ਮੇਰਾ ਖਿਆਲ ਹੈ ਮਦਰ ਦੇ ਰੋਲ ਦੇ, ਗ੍ਰੈਂਡ ਮਦਰ ਦੇ ਰੋਲ ਦੇ ਤੌਰ ਦੇ ਉੱਤੇ ਇੱਕ ਆਈਡੀਅਲ ਜੇ ਕੋਈ ਮਾਤਾ ਆਪਣੇ ਬੱਚਿਆਂ ਨੂੰ ਕੋਈ ਵੈਲਿਊਜ਼ ਦੇ ਸਕਦੀ ਆ, ਉਹ ਵੈਲਿਊਜ਼ ਐਡੇ ਵੱਡੇ ਜ਼ੁਲਮੀ ਜਿੰਨੇ ਬਾਦਸ਼ਾਹਾਂ ਦੇ ਮੂਹਰੇ ਕਿਸ ਤਰੀਕੇ ਨਾਲ ਛੋਟੇ ਛੋਟੇ ਬੱਚੇ ਆਪਣੀ ਵੈਲਿਊਜ਼ ਨੂੰ ਸਟਿਕ ਕਰਦੇ ਨੇ, ਇਸ ਬਾਰੇ ਵੀ ਸਾਨੂੰ ਦੱਸੋ ਜ਼ਰਾ, ਜਿਹੜਾ ਸਰਹੰਦ ਦੀ ਉਸ ਵੇਲੇ ਦੀ ਐਡਮਿਨਿਸਟ੍ਰੇਸ਼ਨ ਅਤੇ ਬੱਚਿਆਂ ਦੀਆਂ ਜਿਹੜੀਆਂ ਵੈਲਿਊਜ਼ ਨੇ। ਜ਼ਰੂਰ ਜੀ, ਇੱਥੇ ਸਰਹੰਦ ਦੀ ਗੱਲ ਕਰਨੀ ਥੋੜੀ ਜ਼ਰੂਰੀ ਆ। ਆਪਾਂ ਇਹਨੂੰ ਸਰਹਿੰਦ ਆਖਦੇ ਆ ਲਫ਼ਜ਼। ਹੁਣ ਸਰਹਿੰਦ ਹੈ ਕੀ? ਸਰਹਿੰਦ ਸੀਗਾ, ਇਹ ਇੱਕ ਸਿਟੀ ਸੀ, ਇੱਕ ਸੀਟ ਆਫ ਅਥਾਰਟੀ ਸੀ, ਕਿਉਂਕਿ ਜਿਹੜਾ ਬਾਰਡਰ ਸੀ ਨਾ ਪੰਜਾਬ ਦਾ ਤੇ ਹਿੰਦੁਸਤਾਨ ਦਾ, ਉਹਦੀ ਸਰਹਿੰਦ ਮਤਲਬ ਜਿਹੜਾ ਪੰਜਾਬ ਦੇ ਤੇ ਹਿੰਦੁਸਤਾਨ ਦੇ ਰੂਲਰ ਨੇ, ਜਿਹੜੇ ਲਾਹੌਰ ਦਰਬਾਰ ਤੇ ਦਿੱਲੀ ਦਰਬਾਰ ਚੋਂ ਆਉਂਦੇ ਨੇ, ਇਹ ਉਹਨਾਂ ਦੀ ਹੱਦ ਇੱਥੇ ਤੱਕ ਲਾਹੌਰ ਦੀ ਸੀ, ਫਿਰ ਦਿੱਲੀ ਦੀ ਸ਼ੁਰੂ ਹੋ ਜਾਂਦੀ ਸੀ। ਤੇ ਇਹ ਆਪਣੇ ਆਪ ਵਿੱਚ ਇੱਕ ਪਾਵਰ ਸੈਂਟਰ ਆ। ਤੁਸੀਂ ਅੱਜ ਵੀ ਜੇ ਪ੍ਰੋਪਰ ਉੱਥੇ ਜਾ ਕੇ ਵਿਜ਼ਿਟ ਕਰੋ ਗੁਰਦੁਆਰਿਆਂ ਦੇ ਆਲੇ ਦੁਆਲੇ, ਉੱਥੇ ਤੁਹਾਨੂੰ ਬੜਾ ਕੁਝ ਮਿਲੂਗਾ ਕਿ ਇਹ ਇੱਕ ਸੀਟ ਆਫ ਅਥਾਰਟੀ ਆ। ਇੱਥੇ ਜਿਵੇਂ ਇਸਲਾਮ ਦੀ ਇੱਕ ਇੰਟਰਪ੍ਰੀਟੇਸ਼ਨ ਕਰਨ ਵਾਲੇ ਨਕਸ਼ੇਬੰਦੀ ਆਰਡਰ, ਉਹਨਾਂ ਦੀਆਂ ਵੱਡੀਆਂ ਦਰਗਾਹਾਂ ਨੇ, ਉਹ ਇਸਲਾਮ ਦੀ ਇੰਟਰਪ੍ਰੀਟੇਸ਼ਨ ਕਰਦੇ ਸੀ ਤੇ ਕਿਤੇ ਨਾ ਕਿਤੇ ਲੈਵਲ ਤੇ ਉਹ ਜ਼ਿੰਮੇਵਾਰ ਵੀ ਸੀ। ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੇ 9ਵੇਂ ਤੇ 10ਵੇਂ ਤੇ ਸਾਹਿਬਜ਼ਾਦਿਆਂ ਦੀਆਂ ਤੇ ਅਟੈਕ ਕਰਾਉਣਾ 10ਵੇਂ ਪਾਤਸ਼ਾਹ ਦੇ, ਉਹ ਚੀਜ਼ਾਂ 'ਚ ਕਹਿਣ ਦਾ ਭਾਵ ਇਹ ਇੱਕ ਐ ਨਹੀਂ ਸ਼ਹਿਰ ਜਿਵੇਂ ਅਸੀਂ ਲੈ ਲਿਆ ਅੱਜ ਕੱਲ੍ਹ, ਇਹ ਆਪਣੇ ਆਪ ਵਿੱਚ ਜਿਹਨੂੰ ਅਸੀਂ ਕਹਿੰਦਾ ਇੱਕ ਬਾਰਡਰ ਸੀਗਾ ਪੰਜਾਬ ਤੇ ਹਿੰਦੁਸਤਾਨ ਦਾ, ਮਤਲਬ ਲਾਹੌਰ ਦਰਬਾਰ ਦਾ ਤੇ ਦਿੱਲੀ ਦਰਬਾਰ ਦਾ। ਤੇ ਇੱਥੇ ਜਿਹੜੀਆਂ ਰਿਲੀਜੀਅਸ ਤੇ ਪੋਲੀਟੀਕਲ ਇੰਟਰਪ੍ਰੀਟੇਸ਼ਨ ਸੀਗੀਆਂ, ਉਹ ਬੜੀਆਂ ਵੱਡੀਆਂ ਕੀਤੀਆਂ ਜਾਂਦੀਆਂ ਸੀ। ਪਹਿਲੀ ਗੱਲ ਇਹ ਸੀ। ਹੁਣ ਇਹਦੇ ਵਿੱਚ ਜਿਹੜੀ ਗੱਲ ਤੁਸੀਂ ਛੇੜੀ, ਇਹਦਾ ਕੰਟੈਕਸਟ ਜੇ ਸਰਹੰਦ ਦਾ ਸਾਡੇ ਕੋਲ ਆ ਜਾਵੇ, ਦੇਖੋ ਜਦ ਅਸੀਂ ਮਾਤਾ ਗੁਜਰੀ ਦੀ ਗੱਲ ਕਰਦੇ ਹਾਂ ਨਾ, ਸਾਨੂੰ ਮਾਤਾ ਜੀ ਨੂੰ ਅਜੇ, ਮੈਂ ਨਾ ਆਪ ਕੁਝ ਕੁ ਚਿਰ 5 ਸਾਲ ਮੈਂ ਲਗਾਤਾਰ ਪੰਜਾਬ 'ਚ ਰਿਹਾ ਹੈਗਾ, 97 to 2002। ਉਹਨਾਂ ਦਿਨਾਂ ਦੇ ਵਿੱਚ ਨਾ, ਮੈਂ ਆਪ ਜੀ ਨਾਲ ਉਦਾਂ ਹੀ ਸ਼ੇਅਰ ਕਰ ਰਿਹਾ ਮੈਂ ਗੱਲ, ਮੈਂ ਇਸ ਵਾਲੇ ਦਿਨਾਂ ਦੇ ਵਿੱਚ ਰਾਤ ਨੂੰ ਕੁਝ ਕੁ ਆਪਣੇ ਸਾਥੀਆਂ ਨੂੰ ਲੈ ਕੇ ਜਾਣਾ ਜਿੱਥੇ ਅੱਜ ਠੰਡਾ ਬੁਰਜ ਹੈਗਾ, ਤੇ ਉੱਥੇ ਮੈਂ ਕਹਿਣਾ ਹੁਣ ਆਪਣੀਆਂ ਜੈਕਟਾਂ ਲਾਹੋ ਜਿਹੜੀਆਂ ਅਸੀਂ ਅਮਰੀਕਾ ਤੋਂ ਆਪਣੀਆਂ ਲੈ ਆਏ ਵਧੀਆ ਜੀਆਂ, ਤੇ ਇੱਥੇ ਜਰਾ ਖੜੋ ਥੋੜਾ ਚਿਰ, ਤੇ ਇੱਥੇ ਤੁਹਾਨੂੰ ਪਤਾ ਲੱਗੇ ਕਿ ਕੋਲਡੈਸਟ ਮੰਥ ਦੀ ਕੋਲਡੈਸਟ ਨਾਈਟ ਕਿੱਦਾਂ ਦੀ ਹੁੰਦੀ ਆ, ਹੈਨਾ? ਕਿਉਂਕਿ ਮਹਿਸੂਸ ਕਰਨ ਸਾਨੂੰ, ਅਦਰਵਾਈਜ਼ ਨਾ ਰਿਐਲਿਟੀ ਚੈੱਕ ਨਹੀਂ ਹੈਗੇ ਲਾਈਫ ਦੇ। ਸਹੀ ਗੱਲ। ਉੱਥੇ ਜਦ ਅਸੀਂ ਅੱਧਾ ਘੰਟਾ ਖੜਨਾ ਤੇ ਸਾਨੂੰ ਕਹਿਣਾ ਬੜੀ ਠੰਡ ਲੱਗ ਰਹੀ ਹੈ। ਹੁਣ ਸਾਰੀ ਜਿਹੜੀ ਸਾਡੀ ਰਿਸਰਚ ਆ ਹੁਣ ਵੇਲੇ ਦੀ, ਉਹ ਇਹ ਦੱਸਦੀ ਆ ਕਿ ਜਦ ਇਹ ਅਰਲੀ 1700s ਦਾ ਜਿਹੜਾ ਟਾਈਮ ਆ ਨਾ ਦੁਨੀਆ ਦੇ ਵਿੱਚ, ਅੱਜ ਕੱਲ੍ਹ ਇਹਦੀਆਂ ਨਿਊਜ਼ ਰਿਪੋਰਟ ਵੀ ਲੱਗੀਆਂ ਨੇ ਇਸ ਸਾਲ ਵਿੱਚ। ਆਮ ਗਲੈਡ ਕਿ ਕਈ ਲੋਕੀ ਕਰ ਰਹੇ ਨੇ। IP ਸਿੰਘ ਨੇ ਟਾਈਮਸ ਆਫ ਇੰਡੀਆ ਤੋਂ ਉਹਦੀ ਬੜੀ ਚੰਗੀ ਰਿਪੋਰਟ ਲਾਈ ਹੈਗੀ। ਉਹ ਕਹਿ ਰਹੇ ਨੇ ਕਿ ਇਹਦਾ ਇਹ ਮਤਲਬ ਹੈ ਕਿ ਉਸ ਵੇਲੇ ਜਿਹੜੇ ਸਬ ਜ਼ੀਰੋ ਟੈਂਪਰੇਚਰ ਸੀ, ਉਹ ਕੋਲਡੈਸਟ ਟਾਈਮ ਚੱਲ ਰਿਹਾ ਸੀ ਦੁਨੀਆ ਦੇ ਵਿੱਚ। ਮਤਲਬ ਜਿੰਨੀ ਅੱਜ ਠੰਡ ਆ ਜਾਂ ਪਿਛਲੇ 20 ਸਾਲਾਂ 'ਚ ਠੰਡ ਆ, ਇਸ ਤੋਂ 5 ਤੋਂ 10 ਡਿਗਰੀ ਹੋਰ ਘੱਟ ਸੀ ਟੈਂਪਰੇਚਰ। ਹੁਣ ਇੰਨੀ ਠੰਡ ਹੋਵੇ ਫਿਜ਼ੀਕਲੀ, ਇੱਥੋਂ ਅੰਦਾਜ਼ਾ ਲਾਓ ਕਿ ਮਾਤਾ ਗੁਜਰੀ ਦਾ ਕੀ ਨਿੱਘ ਸੀਗਾ। ਲਫ਼ਜ਼ ਸਾਡਾ ਹੈਗਾ ਨਿੱਘ ਦਾ। ਇਹ ਬਾਹਰਲਾ ਟੈਂਪਰੇਚਰ, ਤਾਪਮਾਨ ਜੋ ਮਰਜ਼ੀ ਹੋਵੇ, ਇਹ ਗੁਰਬਾਣੀ ਚ ਆਉਂਦਾ ਕਿ ਬੜੇ ਕਿਸਮ ਦੇ ਤਾਪ ਹੁੰਦੇ ਨੇ ਦੁਨੀਆ ਵਿੱਚ, ਹੀਟ ਹੈ ਨਾ, ਜਿਹਨੂੰ ਆਪਾਂ ਹੀਟ ਕਹਿੰਦੇ ਆ। ਪਰ ਜਿਹੜੀ ਇਹ ਹੀਟ ਆ, ਜਿਹੜੀ ਇਹ ਵਾਰਮਥ ਆ, ਇਹ ਮਾਤਾ ਗੁਜਰੀ ਨੇ ਦਿੱਤੀ ਆ, ਇਹ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਹੋਇਆ ਸੀ ਠੰਡੇ ਬੁਰਜ ਵਿੱਚ। ਜਿਹੜੀ ਮੇਰੀ ਪਿਕਚਰ ਵੀ ਆਪ ਜੀ ਨਾਲ ਸ਼ੇਅਰ ਕਰ ਰਿਹਾ, ਤੁਸੀਂ ਇੰਟਰੋਡਕਸ਼ਨ ਚ ਕਿਹਾ, ਪੰਜਾਬ ਡਿਜੀਟਲ ਲਾਇਬ੍ਰੇਰੀ ਨੇ 1905 ਦੀ ਪਹਿਲੀ ਪਿਕਚਰ ਸਾਡੇ ਕੋਲ ਅਵੇਲੇਬਲ ਆ, ਸਭ ਤੋਂ ਪੁਰਾਣੀ। ਇਹ ਬੁਰਜ ਦੀ ਆ ਤੇ ਫਤਿਹਗੜ੍ਹ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦੇ ਦਾ ਸੰਸਕਾਰ ਕੀਤਾ ਗਿਆ। ਮਤਲਬ ਇਹ ਬੁਰਜ ਇੰਨਾ ਠੰਡਾ ਸੀ ਕਿ ਜਿੱਥੇ ਸਿਰਫ ਮਾਤਾ ਗੁਜਰੀ ਦਾ ਨਿੱਘ ਹੈਗਾ, ਜਿਹਨੇ ਟਰਾਂਸਫਰ ਕਰਕੇ ਰੱਖਿਆ, ਜਿਹਨੇ ਪ੍ਰੋਟੈਕਟ ਕਰਕੇ ਰੱਖਿਆ ਸਾਹਿਬਜ਼ਾਦਿਆਂ ਨੂੰ, ਫਿਜ਼ੀਕਲੀ ਨਹੀਂ, ਸਾਈਕੋਲੋਜੀਕਲੀ, ਇਮੋਸ਼ਨਲੀ ਤੇ ਸਪਿਰਿਚੁਅਲੀ। ਤੇ ਜਦੋਂ ਜਾ ਰਹੇ ਸੀ ਕਚਹਿਰੀ ਵਿੱਚ, ਅਸੀਂ ਇੰਨੀਆਂ ਗੱਲਾਂ ਅੱਜ ਕੱਲ੍ਹ ਕਹਿ ਦਿੰਦੇ ਆ, ਐਵਰੀਥਿੰਗ ਗੈਟਸ ਲਾਸਟ। ਮਾਤਾ ਗੁਜਰੀ ਨੇ ਕੀ ਕਿਹਾ? ਮੈਂ ਤਾਂ ਪਹਿਲਾਂ ਲੈਕਚਰਾਂ 'ਚ ਕਹਿੰਦਾ ਰਿਹਾ, ਮੈਂ ਕਿਹਾ ਕੋਈ ਨਾ ਬੋਲੋ ਆਪਣੇ ਬੱਚਿਆਂ ਨੂੰ ਇਹ ਕਰੋ ਜਾਂ ਇਹ ਕਰੋ। ਉਹਨਾਂ ਨੇ ਕੁਝ ਨਹੀਂ ਕਿਹਾ, ਉਹ ਤਾਂ ਟ੍ਰੇਨਿੰਗ ਹੋ ਚੁੱਕੀ ਆ। ਹੁਣ ਸਿਰਫ ਜਾਣ ਵੇਲੇ ਸਿਰਫ ਕੀ ਕਿਹਾ, ਜਿਹਨੂੰ ਅੱਜ ਕੱਲ੍ਹ ਮੈਂ ਅੰਗਰੇਜ਼ੀ 'ਚ ਕਹਿੰਦਾ, ਜਸਟ ਰਿਮੈਂਬਰ ਹੂ ਯੂ ਆਰ, ਦੈਟਸ ਇਟ। ਜਿਹਨੂੰ ਅਸੀਂ ਸਿਮਰਨ ਆਖਦੇ ਆ ਨਾ, ਗੁਰਬਾਣੀ ਦੇ ਲਫ਼ਜ਼ਾਂ, ਸਿਮਰਨ ਹੁੰਦੀ ਆ ਯਾਦ, ਮੈਮੋਰੀ, ਰਿਮੈਂਬਰੈਂਸ। ਆਲ ਸ਼ੀ ਸੈਡ ਵਾਜ਼, ਤੁਸੀਂ ਯਾਦ ਰੱਖਿਓ ਤੁਸੀਂ ਹੋ ਕੌਣ। ਟ੍ਰੇਨਿੰਗ ਤਾਂ ਉਸ ਤੋਂ ਪਹਿਲਾਂ ਹੁੰਦੀ ਹੈ।
ਹਰਿੰਦਰ ਸਿੰਘ ਜੀ, ਉਸ ਵੇਲੇ ਇੰਨਾ ਜ਼ੁਲਮੋ ਸਿਤਮ ਜਦੋਂ ਹੋਣ ਵਾਲਾ ਸੀ, ਇੰਨੇ ਜਾਬਰ ਲੋਕ ਉੱਥੇ ਰਾਜ ਕਰ ਰਹੇ ਸਨ, ਪਰ ਫਿਰ ਵੀ ਸਾਡੇ ਭਾਈਚਾਰੇ ਦੇ ਵਿੱਚ ਕੁਝ ਲੋਕ ਇਹੋ ਜਿਹੇ ਸੀ ਜਿਨ੍ਹਾਂ ਨੇ ਇਸ ਦੀ ਵਿਰੋਧਤਾ ਕੀਤੀ ਅਤੇ ਹਾਂ ਦਾ ਨਾਅਰਾ ਵੀ ਮਾਰਿਆ। ਉਹਨਾਂ ਦਾ ਵੀ ਜ਼ਿਕਰ ਕਰਨਾ ਮੇਰੇ ਖਿਆਲ ਜ਼ਰੂਰੀ ਹੋਏਗਾ। ਐਬਸੋਲੂਟਲੀ ਜ਼ਰੂਰੀ ਹੈਗਾ। ਇਨਫੈਕਟ ਉਹ ਸਿਰਫ ਜ਼ਰੂਰੀ ਨਹੀਂ ਆ, ਉਹ ਉਸ ਸਮੇਂ ਤੇ ਜਦ ਸ਼ਹਾਦਤ ਵਾਲੇ ਦਿਨ ਸੀ, ਕੋਤਵਾਲੀ ਵਿੱਚ ਜਦ ਪੇਸ਼ ਕੀਤਾ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ, ਉਸ ਵੇਲੇ ਤਾਂ ਉਹ ਰਜਿਸਟਰ ਹੋ ਹੀ ਗਿਆ ਨਾ ਮਲੇਰਕੋਟਲੇ ਦੇ ਨਵਾਬ ਦੀ ਗੱਲ। ਬਟ ਉਸ ਤੋਂ ਬਾਅਦ ਜਦ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿੱਚ ਆਪਣਾ ਰਾਜ ਡਿਕਲੇਅਰ ਕਰਤਾ ਖਾਲਸੇ ਦਾ, ਮਲੇਰਕੋਟਲੇ ਦੇ ਵਿੱਚ ਨਕਸ਼ੇਬੰਦੀ ਆਰਡਰ, ਸਰਹੰਦ ਦੇ ਵਿੱਚ ਨਕਸ਼ੇਬੰਦੀ ਆਰਡਰ ਜਿਹੜੀ ਇਸਲਾਮਿਕ ਇੰਟਰਪ੍ਰੀਟੇਸ਼ਨ ਆਫ ਦਾ ਲਾਅ ਦੇ ਥੱਲੇ ਕੰਮ ਕਰਾਏ ਗਏ ਸੀ, ਉਹਨਾਂ ਨੇ ਦਰਗਾਹ ਨੂੰ ਟੱਚ ਤੱਕ ਨਹੀਂ ਕੀਤਾ। ਇਹ ਗੱਲ ਦੱਸਣੀ ਵੀ ਜ਼ਰੂਰੀ ਆ, ਕਿਉਂਕਿ ਕਈ ਵਾਰੀ ਕਹਿ ਦਿੱਤਾ ਜਾਂਦਾ ਜੀ ਪਤਾ ਨਹੀਂ ਕੀ ਅਤਿਆਚਾਰ ਹੋਏ ਤੇ ਸਿੱਖਾਂ ਨੇ ਵੀ ਇਹ ਕਰਤਾ। ਇਸ ਤਰ੍ਹਾਂ ਨਹੀਂ। ਦੇਖੋ, ਜਿਹੜੀ ਜਦ ਜੰਗ ਲੱਗਦੀ ਆ, ਜਦ ਸਰਹੰਦ ਨੂੰ ਅਪਰੂਟ ਕਰ ਦਿੱਤਾ ਗਿਆ, ਜਦੋਂ ਪੜਾਇਆ ਵੀ ਇਹੀ ਜਾਂਦਾ ਰਿਹਾ ਨਾ ਜੀ, ਵੀ ਸਰਹੰਦ ਦੀ ਸਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਪਰ ਇਸ ਤਰ੍ਹਾਂ ਨਹੀਂ ਹੋਇਆ। ਉਹਨਾਂ ਨੇ ਕੁਝ ਇਲਾਕੇ ਸਨ ਜਿਹੜੇ ਮੁਸਲਮਾਨ ਭਾਈਚਾਰੇ, ਜਿਸ ਤਰ੍ਹਾਂ ਤੁਸੀਂ ਦੇ, ਉਹਨਾਂ ਦੇ ਮੁਕੱਦਸ ਥਾਂ ਸੀ, ਉਹ ਨਹੀਂ ਟੱਚ ਕੀਤੇ, ਬਿਲਕੁਲ ਨਹੀਂ ਟੱਚ ਕੀਤੇ, ਇਨਕਲੂਡਿੰਗ ਨਕਸ਼ੇਬੰਦੀ ਆਰਡਰ ਦੀ। ਇਹ ਬੜੀ ਇੰਪੋਰਟੈਂਟ ਗੱਲ ਆ ਕਿ ਜਿਨ੍ਹਾਂ ਦੀ ਇੰਟਰਪ੍ਰੀਟੇਸ਼ਨ ਦੇ ਥੱਲੇ ਸਹਾਇਤਾਂ ਕਰਾਈਆਂ ਗਈਆਂ ਸੀਗੀਆਂ। ਦੂਸਰੇ ਉਹਦੇ ਨਾਲ ਹੀ ਉਹ ਲਗਾਤਾਰ ਉਸ ਖਾਨਦਾਨ ਦੇ ਜਿਹੜੇ ਨੇ, ਤੇ ਲਗਾਤਾਰ ਜਿਹੜਾ ਈਵਨ ਅੱਜ ਦੇ, ਮੈਨੂੰ ਯਾਦ ਆ ਮੈਂ 20 ਸਾਲ ਪਹਿਲਾਂ ਮਲੇਰਕੋਟਲੇ ਜਾ ਕੇ ਮੁਫਤੀ ਨੂੰ ਮਿਲਦਾ ਰਿਹਾ, ਉਹਨਾਂ ਨਾਲ ਇਹ ਗੱਲਾਂ ਕਰਦਾ ਰਿਹਾ। ਮੁਫਤੀ ਜਿਹੜਾ ਹੁੰਦਾ ਹੈਗਾ ਕਾਜ਼ੀ ਤੋਂ ਇੱਕ ਸਟੈਪ ਉੱਪਰ ਹੁੰਦਾ ਹੈਗਾ, ਉਹਨਾਂ ਦੇ ਇੰਟਰਪ੍ਰੀਟਰ ਆਫ ਲਾਅ ਦੇ। ਉਹ ਇਹ ਗੱਲਾਂ ਨਾਲ ਸਹਿਮਤ ਨਹੀਂ ਕਿ ਅਸੀਂ ਜੋ ਕੀਤਾ ਤੇ ਸਾਡੇ ਬਜ਼ੁਰਗਾਂ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ ਸੀ। ਉਸ ਖਾਨਦਾਨ ਦੇ ਲੋਕ ਤੇ ਉਸ ਸਿਲਸਿਲੇ ਦੇ, ਮਤਲਬ ਇਸਲਾਮ ਦੀ ਇੰਟਰਪ੍ਰੀਟੇਸ਼ਨ ਨੂੰ ਜਿਹੜੇ ਖੂਬ ਤਰੀਕੇ ਨਾਲ ਗੁਰੂਆਂ ਦੇ ਨਾਲ ਖੜੇ ਸੀ, ਉਹ ਅੱਜ ਵੀ ਇਸ ਗੱਲ ਨਾਲ ਖੜੇ ਨੇ, ਤੇ ਸਿੱਖ ਵੀ ਅੱਜ ਇਸੇ ਗੱਲ ਨਾਲ ਖੜੇ ਨੇ ਕਿ ਮਲੇਰਕੋਟਲੇ ਵਿੱਚ ਪਿਛਲੇ 2-3 ਸਾਲਾਂ 'ਚ ਵੀ ਤੁਸੀਂ ਦੇਖੋਗੇ, ਜੇ ਕੋਈ ਗਲਤ ਕੰਮ ਹੋਣ ਲੱਗਦਾ ਸਿੱਖ ਉਹਨੂੰ ਰੋਕਦੇ ਨੇ। ਮੁਸਲਮਾਨਾਂ ਦੇ ਖਿਲਾਫ ਪੂਰੇ ਇੰਡੀਆ ਵਿੱਚ ਕੀ ਹੋ ਰਿਹਾ, ਸਿੱਖ ਨਹੀਂ ਬਰਦਾਸ਼ਤ ਕਰਦੇ ਕਿ ਪੰਜਾਬ ਵਿੱਚ ਵੀ ਤੇ ਸਪੈਸ਼ਲੀ ਮਲੇਰਕੋਟਲੇ ਵਿੱਚ ਹੋਵੇ। ਮਤਲਬ ਇਹ ਕਿ ਮਲੇਰਕੋਟਲਾ ਆਬਾਦ ਰਹੇਗਾ ਜਦ ਕਿਹਾ ਗਿਆ, 300 ਸਾਲ ਇਸ ਗੱਲ ਨੂੰ ਹੋ ਗਏ ਨੇ, ਉਹ ਵਾਕਈ ਹੂਬਹੂ ਉਹ ਰਿਲੇਸ਼ਨਸ਼ਿਪਸ ਕਾਇਮ ਨੇ ਅੱਜ ਵੀ। ਤੇ ਬਾਕੀ ਹਿੰਦੂ ਭਾਈਚਾਰੇ ਦੇ ਵੀ ਜਿਹੜੇ ਕੁਝ ਲੋਕ ਸਨ ਜਿਨ੍ਹਾਂ ਨੇ ਸਾਹਸ ਕਰਕੇ, ਉਸ ਵੇਲੇ ਦਲੇਰੀ ਕਰਕੇ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਆਵਾਜ਼ ਉਠਾਈ ਕਿ ਜੋ ਤੁਸੀਂ ਕਰ ਰਹੇ ਹੋ ਇਹ ਇਨਸਾਫ ਦੀ ਗੱਲ ਨਹੀਂ ਹੈ। ਸਿਰਫ ਇਹੀ ਨਹੀਂ ਜੀ, ਆਵਾਜ਼ ਤਾਂ ਉਠਾਈ, ਜਿਵੇਂ ਅਸੀਂ ਗੰਗੂ ਨੂੰ ਚੇਤੇ ਕਰ ਲੈਂਦੇ ਆ, ਬਟ ਜਿਹੜਾ ਮਹਿਤਾ ਸੀਗਾ ਜਿਹਨੇ ਆਪਣੇ ਘਰ ਠਹਿਰਾਇਆ ਉਹਨੂੰ ਵੀ ਚੇਤੇ ਕਰੋ। ਜਿਹੜਾ ਟੋਡਰਮਲ ਸੀ ਜਿਹਨੇ ਉਹ ਥਾਂ ਖਰੀਦੀ ਸੰਸਕਾਰ ਕਰਨ ਲਈ, ਉਹਨੇ ਵੀ ਚੇਤੇ ਕਰੋ। ਕਹਿਣ ਦਾ ਭਾਵ ਸਾਡੇ ਨੂੰ ਇਹ, ਸਾਨੂੰ ਨਾ, ਮੈਨੂੰ ਵੀ ਅਜੇ ਨੂੰ ਇਸ ਤਰ੍ਹਾਂ ਕਹਿਣਾ ਪੈ ਰਿਹਾ, ਤੁਸੀਂ ਵੀ ਇਸ ਤਰ੍ਹਾਂ ਕਹਿ ਰਹੇ ਹੋ, ਕਿਉਂਕਿ ਮਾਹੌਲ ਸਾਡਾ ਖਰਾਬ ਹੋ ਚੁੱਕਿਆ। ਅਸੀਂ ਇਹਨੂੰ ਧਾਰਮਿਕ ਵੰਡੀਆਂ ਦੇ ਨਜ਼ਰਾਂ ਤੋਂ ਦੇਖ ਰਹੇ ਹਾਂ। ਬਟ ਜਿਨ੍ਹਾਂ ਨੇ ਇਸ ਚੀਜ਼ ਨੂੰ ਬਿਆਨ ਕੀਤਾ, ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝਿਆ, ਤੇ ਜਿਨ੍ਹਾਂ ਦਾ ਇਸ ਚੀਜ਼ ਨੂੰ ਅਹਿਸਾਸ ਕਰਨਾ ਚਾਹੁੰਦੇ ਨੇ, ਉਹ ਇਹ ਵੰਡੀਆਂ ਵਿੱਚ ਇਹਨੂੰ ਕਦੇ ਵੀ ਨਹੀਂ ਦੇਖਦੇ। ਇਹ ਤਾਂ ਸਾਨੂੰ ਸਮਝਾਉਣ ਲਈ ਲਫ਼ਜ਼ ਵਰਤਣੇ ਪੈ ਰਹੇ ਨੇ। ਅਦਰਵਾਈਜ਼ ਤੁਸੀਂ ਹੁਣ ਸ਼ਹਾਦਤ ਦੀ ਗੱਲ ਦਾ ਇੱਕ ਨਜ਼ਰੀਆ ਮੈਂ ਇੱਥੇ ਹੋਰ ਦੇਣਾ ਚਾਹਾਂਗਾ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦਾ ਨਜ਼ਰੀਆ ਕੀ ਹੈਗਾ ਸ਼ਹਾਦਤ ਦਾ, ਇਹ ਵੀ ਅੱਲਾ ਯਾਰ ਖਾਨ ਜੋਗੀ ਨੇ ਕਵਿਤਾ ਲਿਖੀ ਹੈਗੀ ਜਿਹਦਾ ਨਾਂ ਹੈਗਾ ਸ਼ਹੀਦਾਨੇ ਵਫਾ। ਦੇਖੋ, ਆਪਾਂ ਆਪਣੇ ਤਰੀਕੇ ਨਾਲ ਦੇਖ ਰਹੇ ਨੇ, ਜਿਵੇਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਵਾਂਗੂ, ਹੈਨਾ, ਜਿਵੇਂ ਲਫ਼ਜ਼ ਸਾਡੇ ਪ੍ਰਚਲਿਤ ਨੇ, ਇਹ ਫਰੇਜ਼ਸ ਪ੍ਰਚਲਿਤ ਨੇ। ਬਟ ਉਹਨੇ ਇੱਕ ਬੜਾ ਖੂਬਸੂਰਤ ਨਜ਼ਰੀਆ ਦਿੱਤਾ। ਕਹਿੰਦਾ ਜਦ ਇਹ ਨੀਹਾਂ ਵਿੱਚ ਚਿਣੇ ਜਾ ਰਹੇ ਸੀ ਤਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕੀ ਬੋਲ ਰਹੇ ਸੀ। ਪੋਇਟ ਦਾ ਇੱਕ ਨਜ਼ਰੀਆ, ਤੇ ਪੋਇਟ ਵਿੱਚ ਕੋਮਲਤਾ ਹੁੰਦੀ ਹੈ ਤੇ ਵਿਸ਼ਾਲਤਾ ਹੁੰਦੀ ਹੈ। ਉਹ ਕਹਿੰਦਾ ਛੋਟੇ ਸਾਹਿਬਜ਼ਾਦੇ ਸਾਨੂੰ ਕੀ ਬੋਲ ਰਹੇ ਨੇ, ਕਹਿੰਦਾ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ, ਸਿੱਖੀ ਕੀ ਨੀਂਵ ਹਮ ਹੈ ਸरों पर उठा चले। देखो कितनी ਵੱਡੀ ਗੱਲ ਕਰ ਗਏ। ਕਹਿੰਦੇ ਅਸੀਂ ਤਾਂ ਆਪਣੀ ਜਾਨ ਤਾਂ ਦੇ ਰਹੇ ਹਾਂ ਤਾਂ ਕਿ ਹੋਰਾਂ ਦੀਆਂ ਜਾਨਾਂ ਬਚ ਜਾਣ, ਤੇ ਜਿਹੜੀ ਸਿੱਖੀ ਦੀ ਨੀਂਹ ਹੈਗੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਰਾਮਕਲੀ ਦੀ ਵਾਰ ਵਿੱਚ ਲਿਖਿਆ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਸੱਚ ਦੀ ਨੀਂਹ ਦੇ ਉੱਤੇ ਇੱਕ ਕਿਲਾ ਉਸਾਰਿਆ ਸੀ। ਦੇਖੋ ਹੁਣ ਉਹਦਾ ਸਾਖਸ਼ਾਤ ਰੂਪ। ਇਹੀ ਗੱਲ ਉਹ ਕਹਿ ਰਹੇ ਨੇ ਕਿ ਸਿੱਖੀ ਕੀ ਨੀਂਵ ਹਮ ਹੈ ਸरों पर उठा चले। ਕਹਿੰਦੇ ਤੁਹਾਨੂੰ ਲੱਗ ਰਿਹਾ ਕਿ ਸਾਨੂੰ ਇਹ ਮਾਰ ਰਹੇ ਨੇ, ਅਸੀਂ ਤਾਂ ਫਾਊਂਡੇਸ਼ਨ ਪੱਕੀ ਕਰ ਰਹੇ ਹਾਂ, ਨੀਂਹ ਪੱਕੀ ਕਰ ਰਹੇ ਹਾਂ। ਗੁਰਿਆਈ ਕਾ ਹੈ ਕਿੱਸਾ ਜਹਾਂ ਮੈਂ ਬਣਾ ਚਲੇ, ਤਾਂ ਕਿ ਜਿਹੜਾ ਗੁਰੂਆਂ ਦੀਆਂ ਗੱਲਾਂ ਨੇ, ਕਿੱਸਾ ਕੀ ਹੈ, ਪੰਜਾਬ ਦੀ ਇੱਕ ਕਿੱਸਾ ਪੋਇਟਰੀ ਆ। ਕਿੱਸੇ ਦੱਸੇ ਜਾਂਦੇ ਸੀ ਕੋਈ ਖਾਸ ਲੋਕਾਂ ਬਾਰੇ ਜਿਹੜੇ ਕੋਈ ਹੀਰੋ ਸੀਗੇ। ਕਹਿੰਦੇ ਇਹ ਜਿਹੜਾ ਗੁਰਿਆਈ ਦਾ ਕਿੱਸਾ ਨਾ, ਇਹ ਵੀ ਹੁਣ ਪੂਰੇ ਜਹਾਂ ਵਿੱਚ ਚੱਲੂਗਾ।
ਪੂਰੇ ਯੂਨੀਵਰਸ ਚੱਲੂ। ਜਹਾਂ ਜਦ ਅਸੀਂ ਉਰਦੂ ਵਿੱਚ ਲਫ਼ਜ਼ ਯੂਜ਼ ਕਰਦੇ ਹਾਂ, ਉਹ ਦੁਨੀਆ ਦੇ ਲੈਵਲ ਤੇ ਵਰਲਡ ਲਈ ਆਉਂਦਾ, ਵਰਲਡ ਹਾਇਰ ਲੈਵਲ ਤੇ ਉਹ ਪੂਰੇ ਯੂਨੀਵਰਸ ਲਈ ਆਉਂਦਾ। ਫਿਰ ਅਗਲੀ ਗੱਲ ਉਹ ਕਹਿੰਦੇ ਨੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। We have planted the sapling of the sultanate of the Singhs. Singhs word use ਹੁੰਦਾ ਹੈਗਾ ਉਹਨਾਂ ਦੇ ਨਾਂ ਵਿੱਚ ਖਾਲਸੇ ਦੇ ਲਈ, ਜਿਹਦੇ ਵਿੱਚ both men and women ਆ ਜਾਂਦੇ ਨੇ, ਜਿਹੜੇ ਪੰਥ ਦੀ ਗੱਲ ਕੀਤੀ ਜਾਂਦੀ ਹੈ। ਕਹਿੰਗੇ ਇਹ ਤਾਂ ਉਹਨਾਂ ਨੇ ਹੁਣ ਰਾਜ ਕਰਨਾ ਹੀ ਕਰਨਾ, ਇਹਦਾ ਪੌਦਾ ਲੱਗ ਗਿਆ। ਹੁਣ ਦੇਖੋ ਅਖੀਰਲੀ ਗੱਲ ਜਿਹੜੀ ਤੁਸੀਂ ਜ਼ੁਲਮ ਨਾਲ ਜੋੜੀ ਸੀ, ਕਹਿੰਦੇ ਗੱਦੀ ਸੇ ਤਾਜੋ ਤਖਤ ਬਸ ਅਬ ਕੌਮ ਪਾਏਗੀ, ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਕਹਿੰਦੇ ਜਿਹੜੀ ਗੱਦੀ ਆ, ਜਿਹੜਾ ਤਾਜੋ ਤਖਤ ਆ, ਇਹ ਤਾਂ ਹੁਣ ਜਿਹੜਾ ਸਾਡਾ ਅਗਲਾ ਵਾਰਿਸ ਆ ਉਹਨੇ ਦੇ ਹੀ ਦੇਣੀ ਹੈ। ਬਾਬਾ ਬੰਦਾ ਸਿੰਘ ਬਹਾਦਰ ਵੱਲ ਇਸ਼ਾਰਾ ਹੋ ਗਿਆ। ਬਿਲਕੁਲ, ਕਿਉਂਕਿ ਜਿਹਨੇ ਗੱਦੀ ਅੱਗੇ ਚਲਾ ਰਿਹਾ ਉਹਦਾ ਕੋਈ ਵਾਰਿਸ ਆਊਗਾ। ਕਹਿੰਦਾ ਇਹ ਤਾਂ ਮਿਲੂਗੀ, ਬਟ ਮਿਲੂ ਕਿਸ ਕੰਮ ਲਈ? ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਨਿਸ਼ਾਨ ਤੱਕ ਮਿਟਾਣਾ ਹੁੰਦਾ, ਉਹਦਾ ਕੋਈ ਟ੍ਰੇਸ ਨਹੀਂ ਛੱਡਣਾ, ਕੋਈ ਮਾਰਕ ਨਹੀਂ ਛੱਡਣਾ। ਦੇਖੋ ਜ਼ਾਲਿਮ ਦਾ ਕਲਮਾ ਜ਼ੁਲਮ ਕਰਨਾ, ਅਸੀਂ ਉਹਦੀ ਕੱਲੀ ਨੈਰੇਟਿਵ ਨਹੀਂ ਪੇਸ਼ ਕਰ ਸਕਦੇ। ਇਹ ਤਾਂ ਹੁੰਦਾ ਹੀ ਆ, ਹੁਣ ਵੀ ਹੋ ਰਿਹਾ, ਪਹਿਲਾਂ ਵੀ ਹੋਇਆ। ਗੱਲ ਇਹ ਆ ਕਿ ਜਿਨ੍ਹਾਂ ਦਾ ਸਾਹਿਬਜ਼ਾਦਿਆਂ ਵਾਲਾ ਵਿਰਸਾ ਲੈਣਾ, ਉਹਨਾਂ ਨੂੰ ਇਹ ਕਲੈਰਿਟੀ ਹੋਵੇ ਕਿ ਜਿਹੜਾ ਰਾਜ ਤੇ ਤਾਜੋ ਤਖਤ ਆ, ਉਹ ਇਸ ਕੰਮ ਲਈ ਚਾਹੀਦਾ ਸਾਨੂੰ, ਤਾਂ ਕਿ ਇਹੋ ਜਿਹਾ ਦਾ ਨਿਸ਼ਾਨ ਮਿਟਾ ਸਕੀ। ਔਰ ਫਿਰ ਇਹੀ ਗੱਲ ਜਿਹੜੀ ਆ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਸਾਬਤ ਕੀਤੀ, ਝੱਖੜ ਝਿੜੀ ਜਾਂ ਜਿਹਨੂੰ ਚੱਪੜ ਝਿੜੀ ਜਾਂ ਮੈਦਾਨ ਕਹਿੰਦੇ ਨੇ, ਉਸ ਮੈਦਾਨ ਦੇ ਵਿੱਚ ਤੇ ਸਰਹੰਦ ਦੇ ਵਿੱਚ ਮੇਰਾ ਖਿਆਲ ਹੈ ਕਿ ਇਹ ਗੱਲਬਾਤ ਮੁਕੰਮਲ ਨਹੀਂ ਹੋਏਗੀ ਜੇ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਨਹੀਂ ਹੁੰਦਾ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਇਸ ਨੂੰ ਅਵੈਂਜ ਹੀ ਨਹੀਂ ਕੀਤਾ, ਸਗੋਂ ਦੁਨੀਆ ਦੇ ਵਿੱਚ ਇੱਕ ਮਿਸਾਲ ਰੱਖੀ ਕਿ ਜ਼ੁਲਮ ਨਾਲ ਕਿਵੇਂ ਨਿਪਟਿਆ ਜਾਣਾ ਚਾਹੀਦਾ। ਹਾਂਜੀ, ਇੱਥੇ ਆਪਾਂ ਜੇ ਬਿਲਕੁਲ ਠੀਕ ਆ ਤੁਹਾਡੀ ਗੱਲ, ਕਿਉਂਕਿ ਜਿਹੜੀ ਰੀਸੈਂਟ ਹਿਸਟਰੀ ਹੁੰਦੀ ਹੈ ਨਾ, ਕਈ ਵਾਰ ਆਪਾਂ ਅੱਜ ਕੱਲ੍ਹ ਵੀ ਗੱਲ ਕਰਦੇ ਹਾਂ, ਆਪਾਂ ਕਹਿੰਦੇ ਹਾਂ ਜੀ ਇਹ ਕਿਉਂ ਹੋ ਰਿਹਾ ਪੰਜਾਬ ਵਿੱਚ, ਪਿਛਲੇ ਹਫ਼ਤੇ ਹੋਇਆ ਸੀ, ਅਗਲੇ ਮਹੀਨੇ ਉਹ ਸ਼ਾਇਦ ਨਾ ਹੋ ਜਾਵੇ, ਕਿਉਂਕਿ ਸਾਡੇ ਰਿਐਕਸ਼ਨ ਆਉਂਦੇ ਨੇ ਉਸ এনवायरमेंट ਦੇ ਵਿੱਚ। ਬਿਲਕੁਲ, ਰਿਐਕਸ਼ਨ ਤੁਹਾਡੀ ਜਿਹੜੀ ਆਪਣੀ ਟ੍ਰੇਨਿੰਗ ਹੁਣ ਤੱਕ ਹੋ ਚੁੱਕੀ ਹੁੰਦੀ ਹੈ, ਵਿਚ ਮੀਨਸ ਕਿ ਜਿਹੜਾ ਵੈਲਿਊ ਸਿਸਟਮ ਤੁਹਾਡੇ ਅੰਸ਼ ਵਿੱਚ ਆਇਆ ਹੁੰਦਾ, ਜੋ ਸਿੱਖਿਆ ਹੁੰਦਾ, ਜੋ ਸੁਰਤ ਵਿੱਚ ਆਇਆ, ਉਹਦੇ ਮੁਤਾਬਕ ਤੁਸੀਂ ਰਿਐਕਟ ਕਰਦੇ ਹੋ। ਸੋ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਪ੍ਰੋਜੈਕਟ ਪੰਜਾਬ ਸੀਗਾ, ਇਹ ਤਾਂ 10ਵੇਂ ਪਾਤਸ਼ਾਹ ਦੇ ਥਾਪੜਾ ਲੈ ਕੇ ਸੀ ਨਾ। ਇਹ ਗੱਲ ਸਾਨੂੰ ਯਾਦ ਰੱਖਣੀ ਪਊ। ਅਸੀਂ ਕਿੰਤੂ ਪਰੰਤੂ ਜਦ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਮਿਸ਼ਨ ਨੂੰ, ਅਸੀਂ ਭੁੱਲ ਜਾਂਦੇ ਹਾਂ ਕਿ ਪੰਜਾਂ ਪਿਆਰਿਆਂ ਨੂੰ ਵੀ 10ਵੇਂ ਪਾਤਸ਼ਾਹ ਨੇ ਨਹੀਂ ਪਿਕ ਕੀਤਾ ਸੀ, ਉਹ ਵੋਲੰਟੀਅਰਲੀ ਖੜੇ ਹੋਏ ਸੀ। 10ਵੇਂ ਪਾਤਸ਼ਾਹ ਨੇ ਇੱਕੋ ਇੱਕ ਬੰਦੇ ਨੂੰ ਪਿਕ ਕੀਤਾ, ਉਹ ਸੀ ਬਾਬਾ ਬੰਦਾ ਸਿੰਘ ਬਹਾਦਰ, ਏ ਬਾਬਾ ਗੁਰਬਖਸ਼ ਸਿੰਘ, ਏ ਲక్ష్మణ ਦਾਸ। ਉਸ ਤਰ੍ਹਾਂ ਕਈ ਨਾਂ ਨੇ, ਕਿਉਂਕਿ ਉਹ ਬੜੀਆਂ ਚੀਜ਼ਾਂ ਚੋਂ ਨਿਕਲ ਕੇ ਆਇਆ ਹੋਇਆ ਸੀ। ਜਦ ਬਾਬਾ ਬੰਦਾ ਸਿੰਘ ਬਹਾਦਰ ਨੂੰ 10ਵੇਂ ਪਾਤਸ਼ਾਹ ਨੇ ਪਿਕ ਕਰ ਲਿਆ ਤੇ ਜ਼ਫਰਨਾਮੇ 'ਚ ਜ਼ਿਕਰ ਕਰਤਾ ਕਿ ਹੁਣ ਕਿਉਂ ਇਹ ਮਿਸ਼ਨ ਕੀਤਾ ਜਾ ਰਿਹਾ, ਕਿਉਂ ਤੁਹਾਡੇ ਤੇ ਇਤਬਾਰ ਨਹੀਂ। ਤੇ ਜਦੋਂ ਚੂਕਾਰ ਅਜ਼ਵਾੜੀ ਜਿਹੜੀ ਗੱਲ ਆ ਨਾ, ਇਸ ਕੰਟੈਕਸ ਵਿੱਚ ਆ ਕਿ ਹੁਣ ਅਸੀਂ ਸਾਰੇ ਤਰੀਕੇ ਤੇ ਅਪਣਾ ਲਏ, ਅਸੀਂ ਸ਼ਾਂਤ ਰਹਿ ਕੇ ਵੀ, 2 ਦਹਾਕਿਆਂ ਤੋਂ ਤੁਹਾਡੇ ਗੱਲਾਂ ਸੁਣ ਕੇ ਵੀ ਤੁਸੀਂ ਇਤਬਾਰ ਆਪਣੇ ਤੋੜਵਾ ਲੈਂਦੇ, ਤੁਹਾਡੇ ਤੇ ਕੋਈ ਟਰਸਟ ਨਹੀਂ ਰਹਿ ਗਈ ਆ, ਤੁਸੀਂ ਆਪਣੀ ਗੱਲ ਤੇ ਖੜਦੇ ਨਹੀਂ ਹੋ, ਤੁਸੀਂ ਅਤਿਆਚਾਰ ਹੋਰ ਵਧਾ ਰਹੇ ਹੋ। ਇਸ ਕਰਕੇ ਹੁਣ ਤਲਵਾਰ ਦੀਆਂ ਕੱਲੀਆਂ ਜੰਗਾਂ ਨਹੀਂ ਹੋਣਗੀਆਂ, ਹੁਣ ਤਲਵਾਰ ਦੇ ਰਾਹੀਂ ਰਾਜ ਵੀ ਕਾਇਮ ਕੀਤਾ ਜਾਊ। ਇਹ ਇਸ ਕੰਟੈਕਸ ਵਿੱਚ ਆ ਕਿ ਅਖੀਰਲੀ ਗੱਲ ਤਾਂ ਫਿਰ ਇਹੀ ਰਹਿ ਜਾਂਦੀ ਹੈ ਨਾ। ਫਿਰ ਜਿਵੇਂ ਪਹਿਲੇ ਪਾਤਸ਼ਾਹ ਬਾਰੇ ਡਾਕਟਰ ਇਕਬਾਲ ਨੇ ਲਿਖਿਆ ਨਾ ਕਿ ਫਿਰ ਆਖਿਰ ਜਿਹੜੀ ਤੌਹੀਦ ਕੀ ਉੱਠੀ ਸੀ ਪੰਜਾਬ ਤੋਂ, ਕਿ ਸਭ ਕੁਝ ਤਾਂ ਦੇਖ ਲਿਆ ਸੀ ਪੰਜਾਬ ਨੇ, ਲੇਕਿਨ ਮਰਦੇ ਕਾਮਿਲ ਨਹੀਂ ਦੇਖਿਆ ਸੀਗਾ। ਮਰਦੇ ਕਾਮਿਲ ਨੇ ਜਗਾਇਆ ख्वाब ਸੇ। ਪੰਜਾਬ ਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖਿਆ। ਇਸੇ ਤਰ੍ਹਾਂ ਜਦ ਰਾਈਟਰਸ ਲਿਖਦੇ ਨੇ 10ਵੇਂ ਪਾਤਸ਼ਾਹ ਬਾਰੇ ਕਿ ਹੁਣ ਸਾਰਾ ਕੁਝ ਹੀ ਕਰਕੇ ਦੇਖ ਲਿਆ, ਉਹ ਵੀ ਇਕਬਾਲ ਨੇ ਫਿਰ ਲਿਖਿਆ ਕਿ ਖਾਲਸਾ ਸ਼ਮਸ਼ੀਰੋਂ ਕੁਰਾਨ ਬਾਬੁਰਦ। ਕਹਿੰਦੇ ਪੰਜਾਬ ਦੇ ਵਿੱਚ ਖਾਲਸੇ ਨੇ ਮੁਸਲਮਾਨ ਦੀ ਕੁਰਾਨ ਤੇ ਮੁਸਲਮਾਨ ਦੀ ਤਲਵਾਰ, ਕਹਿਣ ਦਾ ਭਾਵ ਕਿ ਜਿਹੜਾ ਆਈਡੀਆ ਸੀ ਉਹ ਵੀ ਜ਼ਿਆਦਾ ਬੈਟਰ ਆ ਗਿਆ ਤੇ ਰਾਜ ਕਰਨ ਦਾ ਆਈਡੀਆ ਵੀ ਬੈਟਰ ਆ ਗਿਆ। ਡਾਕਟਰ ਇਕਬਾਲ ਨੇ ਇਹ ਗੱਲ ਲਿਖੀ ਹੈ। ਸਾਨੂੰ ਇਹ ਗੱਲ ਨੂੰ ਜੇ ਅਸੀਂ ਸਮੁੱਚੇ ਰੂਪ ਵਿੱਚ ਦੇਖਾਂਗੇ, ਫਿਰ ਸਾਨੂੰ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਹਫ਼ਤੇ ਦਾ ਜਿਹੜਾ ਸਫ਼ਰ ਆ, ਦੇਖੋ ਇਸ ਹਫ਼ਤੇ ਦਾ ਸਫ਼ਰ ਸਾਨੂੰ ਇੱਥੇ ਇੱਕ ਗੱਲ ਮੈਂ ਹੋਰ ਕਹਾਂਗਾ, ਇਹ ਬੜੀ ਪਪੂਲਰ ਲਾਈਨਾਂ ਨੇ 2, ਮੈਂ ਉਹਦਾ ਕੰਟੈਕਸਟ ਦੇਣਾ ਚਾਹਾਂਗਾ। ਅੱਜ ਕੱਲ੍ਹ ਦੇ ਦਿਨਾਂ ਵਿੱਚ ਫਿਰ ਇਹਦਾ ਮੈਂ ਜ਼ਿਕਰ ਦੇਖ ਰਿਹਾ ਬੜੀਆਂ ਥਾਵਾਂ ਤੇ। ਇੱਕ ਇਹ ਲਾਈਨ ਬੜੀ ਹੈ ਕਿ ਅਗਰ ਨਾ ਹੋਤੇ ਗੋਬਿੰਦ ਸਿੰਘ ਹੋ ਸੁਨਨਤ ਹੋਤੀ ਸਭ ਕੀ। ਇਹ ਵੀ ਅੱਲਾ ਯਾਰ ਖਾਂ ਜੋਗੀ ਨੇ ਲਿਖੀ ਆ। ਉਹ ਕਿਉਂ ਲਿਖੀ ਆ? ਕਿਉਂਕਿ ਉਹ ਦਬਾ ਕੇ ਕਨਵਰਟ ਕੀਤੇ ਜਾ ਰਹੇ ਸੀ। ਕਨਵਰਜਨ ਇੱਕ ਹੁੰਦਾ ਵਿਲਫੁਲ, ਉਹ ਤਾਂ ਬੰਦੇ ਨੂੰ ਪੂਰੀ ਮੌਜ ਆ। ਜਿਹੜੇ ਸਿੱਖ ਨੇ ਸਾਰੇ ਕਨਵਰਟ ਹੀ ਹੋਏ ਨੇ ਨਾ, ਬਟ ਜੇ ਕੋਈ ਜ਼ਬਰਦਸਤੀ ਕਰਾਊਗਾ, ਇਹ ਉਹ ਮਿਸਾਲਾਂ ਨੇ ਸਾਡੀਆਂ ਕਿ ਜ਼ਬਰਦਸਤੀ ਭਾਵੇਂ ਕੋਈ ਮੁਸਲਮਾਨ ਬਣਾ ਰਿਹਾ, ਭਾਵੇਂ ਕੋਈ ਹਿੰਦੂ ਬਣਾ ਰਿਹਾ, ਭਾਵੇਂ ਕੋਈ ਕ੍ਰਿਸਚਨ ਬਣਾ ਰਿਹਾ, ਭਾਵੇਂ ਕੋਈ ਸਿੱਖ ਬਣਾ ਰਿਹਾ,
ਸਾਰਿਆਂ ਦੇ ਖਿਲਾਫ ਸਾਨੂੰ ਖੜਨਾ ਪਊ, ਇਹ ਖਾਲਸੇ ਨੂੰ ਹੁਕਮ ਆ। ਇਹ ਸਾਹਿਬਜ਼ਾਦੇ ਸਾਨੂੰ ਦੱਸ ਰਹੇ ਨੇ। ਦੂਸਰੀ ਜਿਹੜੀ ਹੋਰ ਪ੍ਰਚਲਿਤ ਗੱਲ ਆ, ਜਿਹੜੀ ਸਾਡੇ ਤੇ ਜ਼ਿਆਦਾ ਢੁਕਦੀ ਆ, ਆਪਣੇ ਲੋਕੀ ਬੜੇ ਤੀਰਥਾਂ ਤੇ ਜਾਂਦੇ ਆ। ਅੱਲਾ ਯਾਰ ਖਾਂ ਜੋਗੀ ਨੇ ਇਹ ਲਿਖਿਆ ਕਿ ਇਸ ਦੁਨੀਆ ਮੇਂ ਤੀਰਥ ਹੈ ਸਿਰਫ ਦੋ। ਦੇਖੋ, ਉਹਨਾਂ ਲਈ ਤੀਰਥ ਹੈਗਾ ਮੱਕਾ, ਤੇ ਹਿੰਦੁਸਤਾਨੀ ਪਰੰਪਰਾ ਵਿੱਚ 68 ਤੀਰਥ ਹੈਗੇ ਨੇ ਮੇਨ ਮੰਨੇ ਗਏ, ਹਰਿਦੁਆਰ, ਕੁਰਸ਼ੇਤਰ, ਬਨਾਰਸ, ਇਸ ਤਰ੍ਹਾਂ ਦੇ। ਤੇ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿੰਦਾ ਪੂਰੀ ਦੁਨੀਆ ਸਿਰਫ ਦੋ ਹੀ ਤੀਰਥ ਨੇ, ਇੱਕ ਸਰਹੰਦ, ਦੂਸਰਾ ਚਮਕੌਰ। ਸਿੱਖਾਂ ਨੂੰ ਇੱਥੇ ਜਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦ ਅਸੀਂ ਇੱਥੇ ਜਾਂਦੇ ਆ, ਅਸੀਂ ਸਾਹਿਬਜ਼ਾਦਿਆਂ ਨਾਲ ਰਿਲੇਟ ਕਰ ਪਾਉਂਦੇ ਆ, 40 ਮੁਕਤਿਆਂ ਨਾਲ ਰਿਲੇਟ ਕਰ ਲੈਂਦੇ ਆ। ਜਿਹੜਾ ਇਹ ਹਫਤਾ ਹੈਗਾ ਨਾ ਜੀ, ਇੱਥੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ, ओरिजिनल 5 ਪਿਆਰਿਆਂ ਚੋਂ 4-5 ਪਿਆਰਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਬੀਬੀ ਹਰਸ਼ਰਨ ਕੌਰ ਦੀ ਸ਼ਹਾਦਤ, ਜਿਹੜੇ ਸਟੇਟ ਤੁਹਾਨੂੰ ਲੈਸ ਰਾਈਟਸ ਨਹੀਂ ਕਰਨ ਦਿੰਦਾ ਸੀ ਵੱਡੇ ਸਾਹਿਬਜ਼ਾਦਿਆਂ ਦੇ, ਬੀਬੀ ਹਰਸ਼ਰਨ ਕੌਰ 18 ਸਾਲ ਦੀ ਉਮਰ ਜਾ ਕੇ ਕਰਕੇ ਆਈ ਸੀ। ਇਸੇ ਦੇ ਨਾਂ ਵਿੱਚ 40 ਮੁਕਤਿਆਂ ਦੀ ਸ਼ਹਾਦਤ। ਇਹ ਸਾਡੇ ਲਈ ਜਿਹੜਾ ਹਫਤਾ ਹੈਗਾ, ਇਹ ਸੀਚਿਆ ਹੋਇਆ ਹੈਗਾ ਸ਼ਹਾਦਤਾਂ ਦੇ ਨਾਲ। ਇਹ ਸਾਰਾ ਸਾਨੂੰ ਕਨੈਕਟ ਕਰ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ। ਇਹ ਸ਼ਹਾਦਤ ਨੂੰ ਕੱਲਾ ਸੋਗ ਨਹੀਂ ਦੇਖਣਾ, ਅਸੀਂ ਜੇ ਇਹਨੂੰ ਆਪਣਾ ਤੀਰਥ, ਆਪਣਾ ਸਿਮਰਨ, ਆਪਣੀ ਫਾਊਂਡੇਸ਼ਨ ਦੇ ਲੈਵਲ ਤੇ ਦੇਖਾਂਗੇ, ਫਿਰ ਸਾਡਾ ਨਜ਼ਰੀਆ ਬੜਾ ਵਿਸ਼ਾਲ ਬਣੂਗਾ ਤੇ ਸਾਨੂੰ ਗੁਰੂ ਦੇ ਨਾਲ ਹੋਰ ਬਿਹਤਰੀਨ ਤਰੀਕੇ ਨਾਲ ਜੋੜੂਗਾ। ਸਰ ਹਰਿੰਦਰ ਸਿੰਘ ਜੀ, ਮੈਂ ਅਖੀਰ 'ਚ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਇਹ ਲਾਸਾਨੀ ਕੁਰਬਾਨੀਆਂ ਨੇ, ਜਿਹੜੀਆਂ ਤੁਸੀਂ ਜ਼ਿਕਰ ਕੀਤਾ ਹੈ, ਚਮਕੌਰ ਦੀ ਗੜੀ ਅਤੇ ਸਰਹੰਦ ਦੀ ਦੀਵਾਰ, ਇਹ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਅੱਜ ਅਸੀਂ ਅੱਜ ਦੇ ਦਿਨ 'ਚ ਮਾਡਰਨ ਡੇ ਐਂਡ ਏਜ ਦੇ ਵਿੱਚ ਅਸੀਂ ਕੀ ਸਬਕ ਲੈ ਸਕਦੇ ਹਾਂ, ਅਤੇ ਇਹਨੂੰ ਅੱਜ ਦੇ ਸੰਦਰਭ ਦੇ ਵਿੱਚ ਕਿਵੇਂ ਵੇਖਿਆ ਜਾਏ? ਜ਼ਰੂਰ ਜੀ, ਇਹਨੂੰ ਥੋੜਾ ਜਿਹਾ ਆਪਾਂ ਜਕਸਟਾਪੋਜ਼ ਕਰ ਲੈਂਦੇ ਹਾਂ। ਦੇਖੋ, ਆਪਾਂ ਜਿਸ ਦੇਸ਼ਾਂ ਵਿੱਚ ਬੈਠੇ ਆ, ਆਪਾਂ ਪ੍ਰਵਾਸੀ ਸਿੱਖ ਹੈਗੇ ਆ, ਬਟ ਈਵਨ ਹਿੰਦੁਸਤਾਨ ਦੇ ਵਿੱਚ ਵੀ, ਦੁਨੀਆ ਦੇ ਵਿੱਚ ਇਸ ਵੇਲੇ ਕ੍ਰਿਸਮਸ ਦਾ ਦੌਰ ਚੱਲ ਰਿਹਾ। ਠੀਕ ਹੈ ਜੀ। ਹੁਣ ਬੜੀ ਇੰਟਰਸਟਿੰਗ ਜਕਸਟਾਪੋਜੀਸ਼ਨ ਆ ਕਿ ਕ੍ਰਿਸਮਸ ਦੇ ਦੌਰ ਵਿੱਚ ਇੱਕ ਜਨਮ ਮਨਾਇਆ ਜਾ ਰਿਹਾ, ਉਹ ਆਪਣੇ ਮਸੀਹਾ ਦਾ ਜਨਮ ਮਨਾ ਰਹੇ ਨੇ, ਹੈਨਾ। ਹੁਣ ਉਹਨਾਂ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਕਿ ਅਸੀਂ ਜਨਮ ਮਨਾਉਂਦੇ ਇੱਕ ਇੰਟੈਲੀਜੈਂਸਿਸ ਵਿੱਚ ਚੱਲੇ ਗਏ ਨੇ, ਇੱਕ ਸੈਕੂਲਰ ਕਲਚਰ ਦੇ ਰੂਪ ਵਿੱਚ ਇਸ ਇੱਕ ਸ਼ਾਪਿੰਗ ਹੀ ਰਹਿ ਗਈ ਆ। ਦੂਜੇ ਪਾਸੇ ਇੱਧਰਲੇ ਲਾਸਾਨੀ ਕੁਰਬਾਨੀਆਂ ਦੇ ਦਿਨ ਚੱਲ ਰਹੇ ਨੇ, ਤੇ ਲਾਸਾਨੀਆਂ ਕੁਰਬਾਨੀਆਂ ਦੇ ਵਿੱਚ ਜਿਹੜੇ ਸਾਡੇ ਜੋੜ ਮੇਲੇ ਹੁੰਦੇ ਸੀ, ਫਤਿਹਗੜ੍ਹ ਸਾਹਿਬ ਦੇ, ਤੇ ਚਮਕੌਰ ਜਾਣਾ ਇਹਨਾਂ ਦੇ ਨਾਂ 'ਚ, ਤੇ ਸਰਹੰਦ ਜਾਣਾ, ਉਹਦੇ ਨਾਲ ਇਹ ਸਾਨੂੰ ਹੁਣ ਕਨਫਿਊਜ਼ਨ ਪੈਦਾ ਕਰ ਰਿਹਾ। ਕਿਸ ਤਰ੍ਹਾਂ? ਕਿਉਂਕਿ ਦੇਖੋ, ਪੂਰੇ ਪੰਜਾਬ ਵਿੱਚ, ਜਿਵੇਂ ਮੈਂ ਜ਼ਿਕਰ ਕੀਤਾ ਸੀ ਸ਼ੁਰੂ ਵਿੱਚ ਹੀ, ਕਿ ਅਸੀਂ ਇਹਨਾਂ ਦਿਨਾਂ ਵਿੱਚ ਕੋਈ ਜਸ਼ਨ ਨਹੀਂ ਮਨਾਉਂਦੇ ਸੀ, ਬਟ ਹੁਣ ਸਾਡੀ ਇਹ ਰਿਐਲਿਟੀ ਆ। ਅਸੀਂ 200 ਦੇਸ਼ਾਂ ਵਿੱਚ ਬੈਠੇ ਆ, ਉਹਦੇ ਚੋਂ 15 ਦੇਸ਼ਾਂ ਵਿੱਚ ਸਾਰੇ ਹੀ ਅਦਰ ਦੈਨ ਹਿੰਦੁਸਤਾਨ ਕ੍ਰਿਸਚਨ ਨੇਸ਼ਨਸ ਨੇ, ਕਿ ਲਾਰਜਰ ਕਲਚਰ ਸਾਡਾ ਕ੍ਰਿਸਚਨ ਭਾਈਚਾਰਾ, ਅਸੀਂ ਉਹਨਾਂ ਦੀ ਗੱਲ ਨੂੰ ਵੀ ਸਮਝਣਾ, ਅਸੀਂ ਆਪਣੇ ਬੱਚੇ ਜਿਹੜੇ ਇਹਨਾਂ ਚੀਜ਼ਾਂ ਨਾਲ ਡੀਲ ਕਰ ਰਹੇ, ਅਸੀਂ ਉਹਨਾਂ ਨੂੰ ਵੀ ਸਮਝਣਾ। ਫਿਰ ਕੀ ਕਰੀਏ, ਨੋਇੰਗ ਦਿਸ ਜਕਸਟਾਪੋਜੀਸ਼ਨ। ਸੋ ਆਈ ਥਿੰਕ ਇੱਥੇ ਇੱਕ ਨੰਬਰ 1 ਕੰਮ ਜਿਹੜਾ ਅਸੀਂ ਕਰ ਸਕਦੇ ਆ, ਜਦ ਬੱਚੇ ਛੋਟੇ ਨੇ ਤਾਂ ਸਾਨੂੰ ਇਹ ਸਾਖੀਆਂ ਸੁਣਾਉਣੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਛੋਟੇ ਬੱਚੇ ਨਾ ਅਬਜ਼ੌਰਬ ਕਰਦੇ ਨੇ ਚੀਜ਼ਾਂ ਨੂੰ। ਅਬਜ਼ੌਰਬ ਦਾ ਮਤਲਬ ਹੈਗਾ ਤੁਸੀਂ ਜੋ ਉਹਨਾਂ ਨੂੰ ਦਓਗੇ, ਜੇ ਉਸ ਵੇਲੇ ਨਹੀਂ ਵੀ ਰਿਐਕਟ ਕਰ ਰਹੇ, ਉਹਨਾਂ ਦੇ ਜ਼ਿਹਨ ਦੇ ਵਿੱਚ, ਉਹਨਾਂ ਦੀ ਸਾਈਕੀ ਦੇ ਵਿੱਚ ਇਹ ਗੱਲਾਂ ਚਲੀ ਜਾਣਗੀਆਂ। ਪਰ ਜਦੋਂ ਥੋੜੇ ਵੱਡੇ ਹੁੰਦੇ ਨੇ, ਸੈਕੰਡ ਕੰਮ ਅਸੀਂ ਕੀ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਇਸ ਥਾਵਾਂ ਤੇ ਲੈ ਕੇ ਜਾਈਏ। ਅਸੀਂ ਜਦ ਹਿੰਦੁਸਤਾਨ ਜਾਂਦੇ ਹਾਂ, ਪੰਜਾਬ ਜਾਂਦੇ ਹਾਂ, ਦਰਬਾਰ ਸਾਹਿਬ ਜ਼ਰੂਰ ਜਾਓ, ਟੇਕੋ ਮੱਥੇ, ਬਟ ਅਗਲੀ ਵਾਰ ਚਮਕੌਰ ਤੇ ਸਰਹੰਦ ਵੀ ਜ਼ਰੂਰ ਜਾਇਓ, ਕਿਉਂਕਿ ਇੱਥੇ ਜਾ ਕੇ ਉਸ ਉਮਰ ਦੇ ਬੱਚਿਆਂ ਨੂੰ ਜਦ ਉਹ ਵਾਲੀ ਗੱਲ ਤੁਸੀਂ ਦੁਬਾਰਾ ਦੱਸੋਗੇ ਤੇ ਉਹਦਾ ਹੋਰ ਡਿਟੇਲ ਰੂਪ ਦੱਸੋਗੇ। ਇਹ ਵੀ ਇੱਕ ਗਾਈਡ ਹਾਇਰ ਕਰ ਲਓ। ਜ਼ਰੂਰੀ ਥੋੜੀ ਹੈ ਕਿ ਜੇ ਮੈਨੂੰ ਪਤਾ ਮੈਂ ਹੀ ਦੱਸਾਂ, ਕਿਉਂਕਿ ਬੱਚੇ ਕਈ ਵਾਰ ਥਰਡ ਪਾਰਟੀ ਤੋਂ ਬੜਾ ਕੁਝ ਸੁਣਦੇ ਨੇ। ਹੋ ਸਕਦਾ ਉਹ ਤੁਹਾਨੂੰ ਜਿਹੜੀ ਹਿਸਟੋਰੀਕਲ ਚੀਜ਼ਾਂ ਨੇ ਉਸ ਨਾਲ ਜੜਾ ਜੋੜ ਸਕਣ। ਸੋ ਜ਼ਰੂਰ ਲੈ ਕੇ ਜਾਓ, ਮੈਂ ਇਹ ਕਹਿ ਰਿਹਾ। ਦੂਸਰਾ ਕੰਮ ਇਹ ਕਰ ਸਕਦੇ ਜਦੋਂ ਥੋੜੇ ਵੱਡੇ ਹੋ ਜਾਂਦੇ ਨੇ। ਤੀਸਰੀ ਗੱਲ ਹੈਗੀ, ਜਦ ਹੁਣ ਅਡਲਟਸ ਆ ਗਏ, ਤੁਸੀਂ ਤੇ ਮੈਂ, ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ, ਅਸੀਂ ਕਿਸੇ ਚੀਜ਼ ਨੂੰ ਨੇਗੇਟ ਨਾ ਕਰੀਏ ਕਿ ਅਸੀਂ ਜੇ ਗੁਰੂ ਸਾਹਿਬਾਨ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਨੈਕਸ਼ਨ ਤੋਂ ਇਸ ਹਫਤੇ ਨੂੰ ਦੇਖਣਾ, ਉੱਥੇ ਨੰਬਰ 1 ਗੱਲ ਆਉਂਦੀ ਆ ਕਿ ਗੁਰੂ ਨੇ ਸਿਰਫ ਕੀਤੀ ਆ ਇੱਕ ਦੀ ਸਲਾਹ। ਇਹ ਗੱਲ ਸਮਝਣੀ ਬਹੁਤ ਜ਼ਰੂਰੀ। ਅੱਜ ਦਾ ਹੁਕਮ ਵੀ ਇਹ ਆਇਆ ਦਰਬਾਰ ਸਾਹਿਬ ਤੋਂ। ਸੋਰਠ ਮਹਿਲਾ ਪਹਿਲਾ ਸੀਗਾ
ਤੇ ਉਹਦੀ ਰਹਾਉ ਦੀ ਲਾਈਨ ਹੀ ਸੀਗੀ, ਪੀ ਤੂੰ ਐਸਾ ਲਾਹਣਾ ਪਿਆਰੇ, ਪੀ ਤੇਰੀ ਸਾਲਾ। ਦੇਖੋ ਕਿੰਨੀ ਵੱਡੀ ਗੱਲ ਆ। ਐਂਡ ਦਿਸ ਇਜ਼ ਵਾਟ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਦੇ ਨੇ। ਕਹਿੰਦੇ ਉਹ ਉਹਦੀ ਗੱਲ ਕਰਦੇ ਨੇ, ਸਾਰੇ ਗੁਰੂਆਂ ਨੇ ਉਹਦੀ ਗੱਲ ਕੀਤੀ। ਅਸੀਂ ਇਹ ਕਲੀਅਰ ਕਰ ਲਈਏ ਕਿ ਅਸੀਂ ਸਲਾਹਣਾ ਸਿਰਫ ਉਹਨੂੰ ਆ। ਅਸੀਂ ਨਾ ਅੱਜ ਕੱਲ ਕਈ ਵਾਰ ਪੋਲੀਟੀਕਲੀ ਸਪੀਕਿੰਗ ਜਿਹੜੇ ਲੋਕੀ ਕੰਮ ਕਰ ਰਹੇ ਉਹਨੂੰ ਬਹੁਤ ਸਲਾਹਣ ਲੱਗ ਜਾਂਦੇ ਆ, ਆਪਣੇ ਰੈਪਰੈਜ਼ੈਂਟੇਟਿਵਸ ਨੂੰ ਹੀ। ਸਲਾਹ ਉਹਦੀ ਹੋ ਸਕਦੀ ਆ, ਦੂਜਿਆਂ ਨੂੰ ਅਸੀਂ ਥਾਪੜਾ ਦੇ ਸਕਦੇ ਹਾਂ ਨਾ। ਸੋ ਪਹਿਲੀ ਗੱਲ ਅਸੀਂ ਉਹਨੂੰ ਹੀ ਸਲਾਹਣਾ। ਦੂਸਰੀ ਗੱਲ, ਅਸੀਂ ਆਪਣੇ ਪਾਤਸ਼ਾਹ ਨੂੰ ਕਿਸ ਨਜ਼ਰੀਏ ਤੋਂ ਦੇਖਣਾ, ਇਹ ਨਜ਼ਰ ਕਲੀਅਰ ਕਰੋ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਦੁਨੀਆ ਦੇ ਸਾਮੀ ਧਰਮਾਂ ਦੇ ਪ੍ਰੋਫਿਟਸ ਨੇ, ਸੈਮੈਟਿਕ ਟ੍ਰੈਡੀਸ਼ਨਸ ਨੇ, ਤੇ ਹਿੰਦੂ ਧਰਮਾਂ ਦੇ ਜਿਹੜੇ ਅਵਤਾਰਸ ਨੇ, ਉਹਨਾਂ ਤੋਂ ਗਾਹਾਂ ਨੇ। ਉਹ ਜੇ ਅਸੀਂ ਵੈਸਟਨੈਸ ਨੂੰ ਸਮਝਾਂਗੇ, ਫਿਰ ਅਸੀਂ ਉਹਨਾਂ ਦੇ ਸਾਹਿਬਜ਼ਾਦਿਆਂ ਦੇ ਨੇੜੇ ਤੇੜੇ ਪਹੁੰਚਾਂਗੇ, ਉਹਨਾਂ ਦੇ ਚਾੜੇ ਮੁਕਤਿਆਂ ਦੇ ਨੇੜੇ ਤੇੜੇ ਪਹੁੰਚਾਂਗੇ, ਮਾਈ ਭਾਗੋ ਦੇ ਨੇੜੇ ਤੇੜੇ ਪਹੁੰਚਾਂਗੇ, ਮਾਤਾ ਗੁਜਰੀ ਜੀ ਦੇ ਨੇੜੇ ਤੇੜੇ ਪਹੁੰਚਾਂਗੇ। ਜੇ ਤਿੰਨ ਚੀਜ਼ਾਂ ਦੇ ਅਸੀਂ ਨੇੜੇ ਜਾਣਾ, ਚਾਰ ਚੀਜ਼ਾਂ ਦੇ, ਤਾਂ ਗੁਰੂ ਦੀ ਵੈਸਟਨੈਸ ਨੂੰ, ਪਾਤਸ਼ਾਹ ਦੇ ਜਿਹੜੀ ਪਰਫੈਕਸ਼ਨ ਆ, ਜਿਹਨੂੰ ਅਸੀਂ ਕਹਾਂਗੇ ਉਹਦੀ ਜਿਹੜੀ ਉਹਨਾਂ ਦੀ ਜਿਹੜੀ ਪ੍ਰਤਿਭਾ ਹੈਗੀ, ਜਿਹੜੀ ਉਹਨਾਂ ਦੀ ਜੀਨੀਅਸ ਹੈਗੀ, ਜਿਹੜੀ ਕੰਪਲੀਟ ਹੈਗੀ, ਪੂਰਨ ਹੈਗੀ, ਉਹ ਨਹੀਂ ਅਸੀਂ ਫੜ ਸਕਦੇ। ਬਟ ਇਹਨਾਂ ਚੀਜ਼ਾਂ ਦੇ ਵਿੱਚੋਂ ਉਹਨੂੰ ਮਹਿਸੂਸ ਕਰ ਸਕਦੇ ਹਾਂ। ਇਸ ਹਫਤੇ ਵਿੱਚ ਉਹਨੂੰ ਮਹਿਸੂਸ ਕਰਦੇ ਹਾਂ। ਇਹ ਤਿੰਨ ਕੁ ਮੈਂ ਆਫਰਿੰਗ ਆਪ ਜੀ ਲਈ, ਆਪ ਦੇ ਜਿਹੜੇ ਸਰੋਤੇ ਨੇ ਤੇ ਦਰਸ਼ਕ ਨੇ, ਉਹਨਾਂ ਲਈ ਸ਼ੇਅਰ ਕਰਨੀ ਚਾਹੀਦੀ। ਮਿਹਰਬਾਨੀ ਸਰ ਹਰਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ। ਮਿਹਰਬਾਨੀ ਜੀ, ਗੁਰੂ ਫਤਿਹ। ਫਤਿਹ ਜੀ।